ਓੰਕਾਰ ਸਤਿਗੁਰ ਪ੍ਰਸਾਦ। ਤੈਂਡੀ ਬੰਦਿਸ਼ ਮੈਂ ਕੋਏ ਨਾ ਡਿਠਾ, ਤੂੰ ਨਾਨਕ ਮਨ ਭਾਣਾ ਕੋਲ ਕੁਮਹਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹਲਾ ਤੀਜਾ। ਹਰਿ ਜੀਓ ਸ਼ਬਦੇ ਜਾਪਦਾ ਭਾਈ, ਪੂਰੇ ਭਾਗ ਮਿਲਾਏ। ਹਰਿ ਜੀਓ ਸ਼ਬਦੈ ਜਾਪਦਾ ਭਾਈ, ਪੂਰੇ ਭਾਗ ਮਿਲਾਏ। ਸਦਾ ਸੁਖ ਸੁਹਾਗਣੀ ਭਾਈ, ਅਨਦਿਨ ਰਤੀਆਂ ਰੰਗ ਲਾਏ। ਹਰਿ ਜੀ ਤੂੰ ਆਪੇ ਰੰਗ ਚੜ੍ਹਾਏ, ਗਾਵੋ ਗਾਵੋ ਰੰਗ ਰਾਤੇ ਹੋ ਭਾਈ। ਹਰਿ ਸੇਤੀ ਰੰਗ ਲਾਏ ਰਹਾਉ। ਗੁਰ ਕੀ ਕਾਰ ਕਮਾਵਣੀ ਭਾਈ, ਆਪ ਛੋੜ ਚਿਤ ਲਾਏ। ਸਦਾ ਸਹਿਜ ਫਿਰ ਦੁਖ ਨਾ ਲੱਗਈ ਭਾਈ, ਹਰਿ ਆਪ ਵਸੈ ਮਨ ਆਏ। ਪਿਰ ਕਾ ਹੁਕਮ ਨਾ ਜਾਣਹੀ ਭਾਈ, ਸਾ ਕੁਲੱਖਣੀ ਕੁਨਾਰ। ਮਨ ਹਠਕਾਰ ਕਮਾਵਣੀ ਭਾਈ, ਵਿਣ ਨਾਵੈ ਕੁੜਿਆਰ। ਸੇ ਗਾਵੈ ਜਿਨ ਮਸਤਕ ਭਾਗ ਹੈ ਭਾਈ, ਭਾਈ ਸੱਚੈ ਬੈਰਾਗ। ਅਨਦਿਨ ਰਾਤੇ ਗੁਣ ਰਮਹਿ ਭਾਈ, ਨਿਰਭਉ ਗੁਰ ਲਿਵ ਲਾਗ। ਸਭਨਾ ਮਾਰ ਜੀਵਾਲ ਦਾ ਭਾਈ, ਸੋ ਸੇਵੋ ਦਿਨ ਰਾਤ। ਸੋ ਕਿਉ ਮਨੋ ਵਿਸਾਰੀਐ ਭਾਈ, ਜਿਸ ਦੀ ਵੱਡੀ ਹੈ ਦਾਤ। ਮਨ ਮੁਖ ਮੈਲੀ ਡੂਮਣੀ ਭਾਈ, ਦਰਗਹਿ ਨਾਹੀ ਥਾਉ। ਗੁਰਮੁਖ ਹੋਵੈ ਤਾਂ ਗੁਣ ਰਵੈ ਭਾਈ, ਮਿਲ ਪ੍ਰੀਤਮ ਸਾਚ ਸਮਾਉ। ਏਤ ਜਨਮ ਹਰ ਨਾ ਚੇਤਿਓ ਭਾਈ, ਕਿਆ ਮੂੰਹ ਦੇਸੀ ਜਾਏ। ਕੀੜੀ ਪਵੰਦੀ ਮੁਹਾਇਓ ਨ ਭਾਈ, ਬਿਖਿਆ ਨੋ ਲੋਭਾਏ। ਨਾਮ ਸੰਭਾਲੈ ਸੁਖ ਵਸੈ ਭਾਈ, ਸਦਾ ਸੁਖ ਸ਼ਾਂਤ ਸ਼ਰੀਰ। ਨਾਨਕ ਨਾਮ ਸੰਭਾਲ ਤੂੰ ਭਾਈ, ਅਪਰੰਪਰ ਗੁਣੀ ਗਹੀਰ। ਨਾਨਕ ਨਾਮ ਸੰਭਾਲ ਤੂੰ ਭਾਈ, ਅਪਰੰਪਰ ਗੁਣੀ ਗਹੀਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗਾ ਟਲ ਸ਼ਬਦ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰਦੇਵ ਪਾਤਸ਼ਾਹ ਜੀ ਦੀ ਅਪਰਪਾਰ ਬਖਸ਼ਿਸ਼, ਸ਼ਾਮ ਸਮੇਂ ਅਸੀਂ ਸਤਸੰਗਤ ਕਰਨ ਦੇ ਕਾਬਲ ਹੋਏ ਹਾਂ। ਲੜੀਵਾਰ ਗੁਰਬਾਣੀ ਵਿਆਖਿਆਨ ਜਿਸ ਅਸਥਾਨ 'ਤੇ ਚੱਲਦਾ ਹੈ, ਇਸ ਵਿੱਚ ਸੋਰਠ ਰਾਗ ਦੀ ਰਚਨਾ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਸੰਦੇਸ਼ ਅਸ਼ਟਪਦੀਆਂ ਦੇ ਬਚਨ ਅਸੀਂ ਵਿਚਾਰਦੇ ਹਾਂ। ਜੋ ਸ਼ਬਦ ਆਪਨੇ ਸਰਵਨ ਕੀਤਾ, ਇਹਦੀ ਵਿਚਾਰ ਪਿਛਲੇ 2 ਰੋਜ਼ ਤੋਂ ਅਸੀਂ ਕਰ ਰਹੇ ਹਾਂ। ਕਿਉਂਕਿ ਸਮਾਂ ਸੀਮਤ ਹੁੰਦਾ ਹੈ, ਅਤੇ ਜਿਵੇਂ ਅਸ਼ਟਪਦੇ ਨੇ, ਪਦਾ ਬਾ ਪਦਾ ਅਸੀਂ ਵਿਚਾਰਦੇ ਹਾਂ। ਇੱਕ ਸਰਸਰੀ ਨਜ਼ਰ ਰਹਾਉ ਦੇ ਬੰਨ 'ਤੇ ਉਪਰੰਤ 3 ਨੰਬਰ ਪਦੇ ਤੋਂ ਵਿਚਾਰ ਅੱਗੇ ਤੋਰਾਂਗੇ। ਹਰਿ ਜੀਓ ਆਪੇ ਰੰਗ ਚੜ੍ਹਾਏ, ਗਾਵੋ ਗਾਵੋ ਰੰਗਰਾਤੇ ਹੋ ਪਾਈ। ਹਰ ਸੇਤੀ ਰੰਗ ਲਾਏ। ਜ਼ਿਕਰ ਹੋਇਆ ਸੀ
ਇੱਕ ਸ਼ਬਦ ਇੱਕ ਤੋਂ ਵਧੇਕ ਅਰਥਾਂ ਦੇ ਵਿੱਚ ਪ੍ਰਸੰਗ ਮੁਤਾਬਕ ਉਹਦੇ ਅਰਥ ਬਦਲਦੇ। ਰੰਗ ਦਾ ਮਤਲਬ ਇੱਥੇ ਪਿਆਰ ਹੈ, ਪ੍ਰੇਮ ਹੈ, ਰੰਗ ਲੱਗ ਜਾਣਾ। ਜਿਵੇਂ ਅਸੀਂ ਬਚਨ ਪੜ੍ਹਦੇ ਹਾਂ, ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀਅਤ ਹੈ ਸੂਰਾ, ਜਿਹਨੂੰ ਪਿਆਰ ਦਾ ਰੰਗ ਲੱਗ ਜੇ। ਸੋ ਇੱਥੇ ਜ਼ਿਕਰ ਆਇਆ, ਹਰ ਜੀ ਤੂੰ ਆਪੇ ਰੰਗ ਚੜਾਏ। ਹੇ ਅਕਾਲ ਪੁਰਖ ਵਾਹਿਗੁਰੂ, ਤੇਰੇ ਪ੍ਰੀਤ ਦੀ ਰੰਗ, ਤੇਰੇ ਪ੍ਰੀਤ ਦਾ ਜੋ ਜਜ਼ਬਾ ਹੈ, ਕੋਈ ਹੋਰ ਦੇਣ ਵਾਲਾ ਨਹੀਂ, ਤੂੰ ਹੀ ਦੇਣ ਵਾਲਾ ਹੈ, ਤੂੰ ਹੀ ਬਖਸ਼। ਜਿਨ੍ਹਾਂ ਨੂੰ ਇਹ ਦਾਤ ਥੋੜ੍ਹੀ ਬਖਸ਼ੀ ਵੀ ਜਾਂਦੀ ਹੈ, ਫਿਰ ਉਹਨਾਂ ਦੇ ਵਿੱਚ ਆ ਵੀ ਰਾਏ ਹੁੰਦੀ ਹੈ ਕਿ ਗਾਵੋ ਗਾਵੋ ਰੰਗ ਰਾਤਿਓ ਪਾਈ, ਹਰ ਸੇਤੀ ਰੰਗ ਲਾਏ। ਫਿਰ ਉਹਨੂੰ ਹੋਰ ਗਾਵੋ, ਹੋਰ ਗਾਵੋ, ਇਸ ਰੂਪ ਵਿੱਚ ਕਿ ਮਾਲਕ ਹਰ ਸੇਤੀ ਰੰਗ ਲਾਏ, ਇਹ ਰੰਗ ਗੂੜਾ ਤੇ ਹੋਰ ਗੂੜਾ ਮਜੀਠ ਹੋ ਜਾਏ। ਭਾਵ ਐਸੀ ਪ੍ਰੀਤ ਦੀ ਤੰਦ ਉਭਰ ਆਵੇ ਅੰਦਰ, ਜਿਹਨੂੰ ਅਸੀਂ ਭਗਤਾਂ ਦੇ ਕਈ ਵਾਰੀ ਬਚਨਾਂ 'ਚ ਪੜ੍ਹਦੇ ਹਾਂ ਵੀ ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਨ ਬਿਨਤੀ ਮੇਰੀ। ਵੀ ਐਸਾ ਰੰਗ ਹੈ, ਇੱਕ ਵਾਰੀ ਚੜ੍ਹ ਗਿਆ, ਹੁਣ ਤੇਰੇ ਵੱਲੋਂ ਟੁੱਟਣਾ ਬਿਲਕੁਲ ਕਿਸੇ ਰੂਪ ਦੇ ਵਿੱਚ ਵੀ ਉਹ ਮਨਜ਼ੂਰ ਨਹੀਂ, ਨਾ ਮਨਜ਼ੂਰ ਹੈ। ਤੇਰੇ ਨਾਲ ਬਣ ਆਵੇ, ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਤੇ ਆਏ। ਸੁੱਖ ਹੋਏ ਦੁੱਖ ਹੋਏ, ਤੇਰਾ ਰੰਗ ਰਹੇ। ਤੂੰ ਵੱਲ ਤਾਂ ਸਭ ਕੋ ਵੱਲ, ਜੇ ਤੂੰ ਤੇਰੇ ਨਾਲ ਸਾਂਝ ਆ ਫਿਰ ਸਭ ਕੁਝ ਹੀ ਸਾਂਝ, ਫਿਰ ਸਭ ਬਾਤ ਹੈ। ਜੇ ਤੇਰੇ ਵੱਲੋਂ ਟੁੱਟ ਗਏ ਨਾ ਤੇ ਫਿਰ ਕੋਈ ਹੱਜ ਨਹੀਂਗਾ। ਭਾਵ ਜੀਵਨ ਦੀ ਇਹ ਕਸ਼ਿਸ਼ ਇਸ ਐਕਸਟ੍ਰੀਮ ਲੈਵਲ ਤੇ ਆ ਜਾਏ। ਇਸ ਰੂਪ ਵਿੱਚ ਬਾਤ ਇਹ ਰਹਾਉ ਦਾ ਬੰਦ ਕਹਿ ਰਿਹਾ ਹੈ। ਹੁਣ 3 ਨੰਬਰ ਪਦੇ ਤੋਂ, ਪਿਰਕਾ ਹੁਕਮ ਨਾ ਜਾਣਹੀ ਭਾਈ, ਸਾ ਕੁਲੱਖਣੀ ਕੁਨਾਰ। ਪਿਰਕਾ ਹੁਕਮ ਨਾ ਜਾਣਹੀ, ਬਾਣੀ ਵਿੱਚ ਪਿਰ ਤੇ ਧਨ, ਇਹ ਚਿੱਤਰ ਬਹੁਤ ਸਿਰਜਿਆ ਗਿਆ ਹੈ ਸਾਡੀ ਸਪਿਰਿਚੁਅਲ ਰਿਲੇਸ਼ਨਸ਼ਿਪ ਨੂੰ ਬਿਆਨ ਕਰਨ ਵਾਸਤੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ। ਇਹਨੂੰ ਇਸ ਰੂਪ ਵਿੱਚ ਜਾਣਨਾ ਕਿ ਜਿਹੜਾ ਖਾਸ ਕਰਕੇ ਦਾ ਦਵੱਲਾ ਭਾਵ ਹੈ, ਇੱਕ ਤੇ ਇਹ ਕਿ ਜਿਹੜਾ ਗ੍ਰਸਤ ਜੀਵਨ ਹੈ, ਇਹਨੂੰ ਸਾਨੂੰ ਡੀਪਲੀ ਅੰਡਰਸਟੈਂਡ ਕਰਨ ਦੀ ਲੋੜ ਹੈ। ਗ੍ਰਸਤ ਜੀਵਨ ਦੇ ਵਿੱਚ ਜਿਹੜਾ ਪਤੀ ਤੇ ਪਤਨੀ ਦਾ ਰਿਸ਼ਤਾ ਹੈ, ਇਹ ਬੜਾ ਪਵਿੱਤਰ ਮੰਨਿਆ ਗਿਆ ਹੈ ਤੇ ਇਹਦੀ ਆਭਾ ਜਿਹੜੀ ਹੈ ਉਹ ਬਹੁਤ ਉੱਚੀ ਹੈ। ਅਸੀਂ ਬਾਣੀ 'ਚ ਹੀ ਵਾਕ ਪੜ੍ਹਦੇ ਹਾਂ, ਧਨ ਫਿਰ ਇਹ ਨਾ ਆਖੀਆਂ ਬਹਿਣ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਧਨ ਫਿਰ ਕਹੀਆਂ ਸੋਏ। ਜੋਤ ਦਾ ਰਿਸ਼ਤਾ ਬਿਆਨਿਆ ਗਿਆ। ਜੋਤ ਦਾ ਰਿਸ਼ਤਾ ਅਸਲ 'ਚ ਸਪਿਰਿਚੁਅਲ ਰਿਸ਼ਤਾ ਹੁੰਦਾ ਹੈ, ਰੱਬ ਨਾਲ ਵੀ ਤੇ ਜੋਤ ਦਾ ਰਿਸ਼ਤਾ ਸਾਡਾ। ਸੋ ਇਸ ਰੂਪ ਵਿੱਚ ਬਿਆਨ ਕੀਤਾ ਗਿਆ। ਬੰਦਾ ਜਦੋਂ ਸੰਸਾਰ ਦੇ ਵਿੱਚ ਇਹਨਾਂ ਰਿਸ਼ਤਿਆਂ ਦੀ ਕਦਰ ਨਹੀਂ ਕਰਦਾ, ਪਤੀ ਤੇ ਪਤਨੀ ਦੇ ਰੂਪ ਦੇ ਵਿੱਚ ਇੱਕ ਦੂਜੇ ਦਾ ਸਤਿਕਾਰ ਕਰਨਾ, ਸਨੇਹ ਕਰਨਾ, ਧਿਆਨ ਕਰਨਾ, ਸਹਿਯੋਗੀ ਹੋਣਾ, ਇੱਕ ਦੂਜੇ ਦੇ ਸਹੀ ਰੂਪ ਦੇ ਵਿੱਚ ਜਿਹੜਾ ਹੈਗਾ ਹਮਰਵਾਂ ਹੋਣਾ, ਹਮਸਾਇਆ ਹੋਣਾ, ਹਮਸਫਰ ਹੋਣਾ, ਇਹ ਰੂਪਤਾ ਜਦੋਂ ਨਹੀਂ ਆਉਂਦੀ, ਹਮ ਵਿਚਾਰ ਹੋਣਾ, ਤੇ ਡੈਫੀਨੇਟਲੀ ਬੰਦਾ ਜੀਵਨ ਦੇ ਹੋਰ ਕਿਸੇ ਰੰਗ ਨੂੰ ਵੀ ਨਹੀਂ ਮਾਣ ਸਕਦਾ। ਸੋ ਸਾਹਿਬ ਮਹਾਰਾਜ ਇਹਦੇ ਜੋ ਜ਼ਿਕਰ ਕਰਦੇ ਸਾਨੂੰ ਦੁਵੱਲੇ ਪਰਸਪੈਕਟਿਵ ਵਿੱਚ ਚੀਜ਼ਾਂ ਅੰਡਰਸਟੈਂਡ ਕਰਾਉਂਦੇ। ਇੱਕ ਤੇ ਇਹ ਕਿ ਇਹਨਾਂ ਰਿਸ਼ਤਿਆਂ ਨੂੰ ਸੰਸਾਰੀ ਤੌਰ ਤੇ ਸਾਨੂੰ ਨਿਭਾਉਣ ਦੀ ਜਾਚ ਆਵੇ। ਦੂਸਰਾ, ਜਿਹੜੀ ਸਾਡੀ ਜੀਵਾਤਮਾ ਹੈ, ਉਸ ਅਕਾਲ ਪੁਰਖ ਵਾਹਿਗੁਰੂ ਪ੍ਰਾਤਮਾ ਦੇ ਨਾਲ ਜਿਹੜੀ ਇਹ ਇੱਕ ਧਨ ਦੇ ਰੂਪ ਵਿੱਚ ਪੇਸ਼ ਹੋਵੇ ਤਾਂ ਪਿਰ ਦੇ ਰੂਪ ਵਿੱਚ ਇਹਦਾ ਰਾਖਾ ਬਣੇ। ਜਿਹੜਾ ਬਚਨ ਆ ਰਿਹਾ, ਪਿਰਕਾ ਹੁਕਮ ਨਾ ਜਾਣਹੀ। ਪਿਰਕਾ ਹੁਕਮ ਗੁਰਬਾਣੀ ਆਸ਼ੇ ਮੁਤਾਬਕ ਇੱਕ ਚੀਜ਼ ਹੋਰ ਦੇਖਣਾ। ਅਸੀਂ ਬਚਨ ਪੜ੍ਹਦੇ ਹਾਂ, ਵਿਆਹ ਹੋਵਾ ਮੇਰੇ ਬਾਬੁਲਾ, ਗੁਰਮੁਖੇ ਹਰ ਪਾਇਆ, ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਪ੍ਰਚੰਡ ਬਿਲਾਇਆ। ਹੁਣ ਵਿਆਹ ਹੋਵਾ ਮੇਰੇ ਬਾਬੁਲਾ, ਹੁਣ ਇਹ ਜਿਹੜਾ ਰੰਗ ਬਿਆਨ ਕੀਤਾ ਗਿਆ ਹੈਗਾ ਕਿ ਗੁਰਮੁਖੇ ਹਰ ਪਾਇਆ, 2 ਗੁਰਮੁਖ ਸਖੀਆਂ ਨੇ ਰਲ ਕੇ ਹਰ ਨੂੰ ਪਾਉਣਾ ਹੈ। ਇਹ ਰਿਸ਼ਤੇ ਦੇ ਵਿੱਚ ਵੀ ਬਾਤ ਕੀਤੀ ਗਈ ਹੈ ਕਿ ਇੱਥੇ ਜਿਹੜਾ ਪਿਰ ਆ ਉਹ ਤੁਹਾਡੇ ਦੋਵਾਂ 'ਚ ਨਹੀਂ ਹੈਗਾ, ਤੁਸੀਂ ਦੋਵੇਂ ਤੇ ਸਖਾ ਹੋ ਇੱਕ ਦੂਜੇ ਦੇ। ਫਿਰ ਪਿਰ ਕੌਣ ਆ, ਪੁਰਖ ਕੌਣ ਆ? ਅਸੀਂ ਬਚਨ ਇਹ ਪੜ੍ਹਦੇ ਹਾਂ ਬਾਣੀ ਦੇ ਵਿੱਚ,
ਜਿਵੇਂ ਲਾਵਾਂ ਦੇ ਪਾਠ ਨੂੰ ਪੜੋ, ਹਰ ਦੂਜੜੀ ਲਾਮ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ, ਨਿਰਭਉ ਭੈ ਮਨ ਹੋਏ ਹਉਮੈ ਮੈਲ ਗਵਾਇਆ ਬਲਰਾਮ ਜੀਓ। ਸਤਿਗੁਰ ਪੁਰਖ, ਪੁਰਖ ਹੈ ਜਿਹੜਾ ਡਰਾਈਵ ਕਰਦਾ ਹੈ, ਜਿਹੜਾ ਐਕਚੁਅਲ ਲੈਵਲ 'ਤੇ ਜਿਹੜਾ ਹੈਗਾ ਅਗਲਵਾੜੀ ਹੋ ਕੇ ਰਾਹ ਵਿਖਾਉਂਦਾ ਹੈ, ਅਤੇ ਉਸ ਰੂਪ ਵਿੱਚ ਸਾਨੂੰ ਜਿਹੜਾ ਅਗਵਾਨ ਬਣਦਾ ਹੈ। ਮਨੁੱਖਾਂ ਦੀ ਜ਼ਿੰਦਗੀ ਦੇ ਵਿੱਚ ਜਾਂ ਪਰਿਵਾਰਾਂ ਦੇ ਵਰਤਾਓ ਦੇ ਵਿੱਚ ਇਸੇ ਗੱਲ ਦੀ ਲੜਾਈ ਰਹਿੰਦੀ ਵੀ ਆਗੂ ਕੌਣ ਹੋਏ। ਉਹ ਕਹਿੰਦਾ ਮੇਰੀ ਮੰਨੀ ਜਾਏ, ਉਹ ਕਹਿੰਦਾ ਮੇਰੀ ਮੰਨੀ ਜਾਏ। ਇਸੇ ਗੱਲ ਤੋਂ ਝਗੜਾ ਚੱਲਦਾ ਹੈਗਾ। ਇੱਥੇ ਬਿਆਨ ਕੀਤਾ ਗਿਆ ਕਿ ਤੁਸੀਂ ਦੋਵੇਂ ਹੀ ਮੰਨਣ ਵਾਲੇ ਬਣੋ। ਜਿਹਨੇ ਮਨਾਉਣੀ ਹੈ ਉਹ ਗੁਰੂ ਨੂੰ ਰਹਿਣ ਦਿਓ, ਅਤੇ ਗੁਰੂ ਇੱਥੇ ਵਿਚਾਰਾਂ ਦੇ ਰੂਪ ਦੇ ਵਿੱਚ, ਡਿਸਿਪਲਿਨ ਦੇ ਰੂਪ ਵਿੱਚ, ਪ੍ਰਿੰਸੀਪਲ ਦੇ ਰੂਪ ਦੇ ਵਿੱਚ ਕਿਸੇ ਇੱਕ ਸਾਂਝੀ ਵਿਚਾਰਧਾਰਾ ਨੂੰ ਤੁਸੀਂ ਦੋਵੇਂ ਪ੍ਰਣਾਓ। ਇੱਕ ਦੂਜੇ ਨੂੰ ਜਿੱਥੇ ਕਿਤੇ ਵੀ ਕੋਈ ਸੱਜੇ ਖੱਬੇ ਹੋਣ ਲੱਗਦਾ ਉਹਨੂੰ ਉਸ ਤਰੀਕੇ ਨਾਲ ਕੋਆਰਡੀਨੇਟ ਕਰੋ, ਉਹਨੂੰ ਮਦਦ ਕਰੋ, ਉਹਦੀ ਬਾਂਹ ਫੜੋ, ਉਹਨੂੰ ਕਹੋ ਕਿ ਭਾਈ ਸਾਡਾ ਪਰਿਵਾਰਕ ਅਸੂਲ ਆ ਹੈ, ਇਸ ਰਾਹ 'ਤੇ ਜਾਣਾ ਹੈ। ਜੇ ਤੂੰ ਗਲਤ ਹੈ ਮੈਂ ਤੈਨੂੰ ਟੋਕ ਰਿਹਾ, ਅਤੇ ਜੇ ਮੈਂ ਗਲਤ ਹੋਵਾਂਗਾ ਤੂੰ ਮੈਨੂੰ ਵੀ ਟੋਕ ਸਕਦਾ, ਪਰ ਇਸ ਅਸੂਲ ਦੇ ਮੁਤਾਬਕ। ਸੋ ਇਹਦੇ ਨਾਲ ਪਰਿਵਾਰ, ਜੀਵਨ, ਮਨੁੱਖ ਰਿਸ਼ਤੇ ਸਭ ਚੰਗੇਰੇ ਨਿਭਣ ਗਏ। ਇੱਥੇ ਜਿਹੜਾ ਮਹਾਰਾਜ ਜ਼ਿਕਰ ਕਰਦੇ ਨਾ, ਇਹਨੂੰ ਫਿਰ ਦੇਖਣਾ, ਪਿਰਕਾ ਹੁਕਮ ਨਾ ਜਾਣਹੀਂ। ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਨੂੰ ਨਹੀਂ ਸਮਝਦਾ। ਇਹ ਹੁਕਮ ਕੀ ਹੈ? ਜੋ ਯੂਨੀਵਰਸਲ ਲਾ ਹੈ ਸਾਡੇ ਸਾਰਿਆਂ ਵਾਸਤੇ, ਜਿਹਦੇ ਅੰਦਰ ਬੰਦੇ ਨੂੰ ਸਰਟਨ ਕਿਸਮ ਦੇ ਡਿਸਿਪਲਿਨ ਅਡਾਪਟ ਕਰਨੇ ਚਾਹੀਦੇ ਨੇ। ਹੁਣ ਯੂਨੀਵਰਸਲ ਲਾ ਹੈ, ਸਾਨੂੰ ਆਪਣੇ ਮਨ ਨੂੰ ਸੁੱਚਿਆਂ ਰੱਖਣਾ ਚਾਹੀਦਾ ਹੈ, ਮਾੜੇ ਵਿਚਾਰ ਨਹੀਂ ਲਿਆਉਣੇ ਚਾਹੀਦੇ। ਇਹ ਸਿਮਰਨ ਹੈ, ਇਹ ਭਜਨ ਬੰਦਗੀ ਹੈ। ਬੰਦਾ ਕਹਿੰਦਾ ਬਾਹਰੋਂ ਮੈਂ ਠੀਕ ਆ ਨਾ, ਕਿਸੇ ਦਾ ਮਾੜਾ ਨਹੀਂ ਕਰਦਾ, ਕਿਸੇ ਨੇ ਵੇਖਿਆ ਕੋਈ ਮੈਂ ਗਲਤ ਜਗ੍ਹਾ 'ਤੇ ਨਹੀਂ ਜਾਂਦਾ, ਅਤੇ ਬਹਿਰੂਨੀ ਤੌਰ 'ਤੇ ਮੈਂ ਠੀਕ ਹਾਂ, ਅਤੇ ਬਸ ਠੀਕ ਹੈ, ਮੇਰਾ ਸਤਿਕਾਰ ਕਰੋ, ਮੈਨੂੰ ਮਹਾਨ ਕਹੋ। ਐਕਚੁਅਲੀ ਅੰਦਰ ਵੇਖ ਆਪਣਾ ਸਹੀ ਰੂਪ ਦੇ ਵਿੱਚ, ਅਤੇ ਇਹ ਚੀਜ਼ ਚੇਤੇ ਰੱਖਣ ਵਾਲੀ ਹੈ। ਜਿਹੜਾ ਅੰਦਰੋਂ ਸੁੱਚਾ ਨਹੀਂ, ਅੰਦਰੋਂ ਉੱਚਾ ਨਹੀਂ, ਅੰਦਰੋਂ ਠੀਕ ਨਹੀਂ, ਬਾਹਰੋਂ ਵੀ ਠੀਕ ਨਹੀਂ ਰਹੇਗਾ ਲੰਬੇ ਸਮੇਂ ਲਈ। ਇਹੀ ਸੰਸਾਰ 'ਚ ਗੜਬੜ ਹੁੰਦੀ ਸਾਰੀ। ਜਿਹੜਾ ਪਿਰਕਾ ਹੁਕਮ ਹੈ, ਯੂਨੀਵਰਸਲ ਲਾ ਆ, ਇਹ ਕਹਿੰਦਾ ਹੈ ਬਾਹਰ ਝਾੜੂ ਬਾਅਦ 'ਚ ਮਾਰੀ, ਪਹਿਲਾਂ ਅੰਦਰ ਮਾਰ, ਅੰਦਰ ਸਾਫ਼ ਕਰ। ਇਹ ਹੁਕਮ ਨਾ ਜਾਣਹੀਂ, ਇਹ ਨਹੀਂ ਸਮਝਦਾ, ਇਹ ਸੋਚਦਾ ਅੰਦਰ ਝਾੜੂ ਮਾਰਨ ਦੀ ਕੀ ਲੋੜ ਹੈ, ਬਾਹਰੋਂ ਠੀਕ ਹੈ ਬਸ ਬਹੁਤ ਹੈ। ਇਹਨੂੰ ਸਾਹਿਬ ਨੇ ਕਿਹਾ ਇਹ ਹਿਪੋਕ੍ਰੇਸੀ ਹੈ। ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ। ਮਨ ਵਿੱਚ ਕੁਝ ਹੋਰ ਚੱਲ ਰਿਹਾ, ਮੁਖ ਤੇ ਕੁਝ ਹੋ ਰਿਹਾ, ਗੜਬੜ ਹੋ ਗਈ। ਇਹੀ ਐਕਚੁਅਲ ਲੈਵਲ ਤੇ ਬੰਦੇ ਦੀ ਤਰਾਸਦੀ ਬਣੀ ਪਈ ਹੈ। ਸਾਹਿਬ ਜ਼ਿਕਰ ਕਰਦੇ, ਜਦੋਂ ਇਹ ਜੀਵਾਤਮਾ ਨਹੀਂ ਸਮਝਦੀ ਕਿ ਪਿਰਕਾ ਹੁਕਮ ਹੈ, ਅੰਦਰੋਂ ਬਾਹਰੋਂ ਇੱਕ ਹੋ ਜਾਣਾ ਹੈ। ਸਾਡਾ ਆਦਰਸ਼ ਆਈਡੀਅਲ ਪਤਾ ਕੀ ਹੈ ਬਾਣੀ ਮੁਤਾਬਕ? ਅੰਦਰੋਂ ਨਿਰਮਲ, ਬਾਹਰੋਂ ਨਿਰਮਲ, ਦੋਵਾਂ ਰੂਪਾਂ ਦੇ ਵਿੱਚ ਇਸ ਤਰੀਕੇ ਨਾਲ ਰਹਿਣਾ। ਬਲਕਿ ਇਸ ਤੋਂ ਵੀ ਅਗਲਾ ਬਾਣੀ ਨੇ ਬਿਆਨ ਕਰਤਾ, ਆਨੰਦ ਸਾਹਿਬ ਵਿੱਚ ਅਸੀਂ ਪੜ੍ਹਦੇ ਹਾਂ, ਜਿਨ ਪਟ ਅੰਦਰ ਬਾਹਰ ਗੁੱਦੜ ਸੇ ਭਲੇ ਸੰਸਾਰ। ਭਲੇ ਉਹ ਨੇ ਪਟ ਅੰਦਰ ਰੇਸ਼ਮ ਹੋਏ, ਬਾਹਰ ਗੁੱਦੜੀ ਹੋਏ, ਵਿਖਾਵਾ ਹੋਏ ਹੀ ਨਾ। ਬਲਕਿ ਜਿੰਨਾ ਸਾਫ਼ ਹੋਏ ਉਹਨਾਂ ਬਹਿਰੂਨੀ ਤੌਰ ਤੇ ਵਿਖਾਵਾ ਵੀ ਨਾ ਕਰੇ। ਇਹ ਆਦਰਸ਼ ਹੋਏ, ਇਹ ਹੁਕਮ ਹੈ। ਇਹ ਹੁਕਮ ਨਹੀਂ ਮੰਨਦਾ। ਹਾਲਤ ਇਹ ਹੈ ਕਿ ਥੋੜੀ ਜਿਹੀ ਚੀਜ਼ ਕੋਈ ਮਿਲ ਜਾਏ, ਉਹਦਾ ਫਿਰ ਬਖਾਨ ਬੜਾ ਕਰਦਾ ਹੈ ਵੀ ਮੈਂ ਤੇ ਜੈਸਾ ਹੈਗਾ, ਮੇਰੇ ਵਰਗੀ ਤੇ ਬਲਾ ਹੀ ਕੋਈ ਨਹੀਂ ਹੈਗੀ। ਇਹ ਫਿਰ ਕੁਲੱਖਣ ਹੈ, ਇਹ ਲੱਛਣ ਚੰਗੇ ਨਹੀਂ ਹੈਗੇ। ਇਹਨੂੰ ਗੁਰੂ ਸਾਹਿਬ ਨੇ ਕਿਹਾ ਫਿਰ ਬਚਨ ਪੰਕਤੀ ਦੇਖਣੀ, ਪਿਰਕਾ ਹੁਕਮ ਨਾ ਜਾਣ ਈ ਭਾਈ ਸਾ ਕੁਲੱਖਣੀ ਕੁਨਾਰ। ਇਹਦੇ ਲੱਛਣ ਠੀਕ ਨਹੀਂ ਹੈਗੇ। ਇਹ ਲੱਛਣ ਨਹੀਂ ਫਿਰ ਨੂੰ ਚੰਗੇ ਲੱਗਦੇ, ਕਿਉਂਕਿ ਤੂੰ ਤੇ ਬਿਨਾਂ ਵਜ੍ਹਾ ਹੁੰਦਾ ਸੰਸਾਰ ਦੇ ਵਿੱਚ। ਇਹਨੂੰ ਸੰਸਾਰੀ ਬਹਿਰੂਨੀ ਰੂਪ ਵਿੱਚ ਤੁਸੀਂ ਦੇਖੋ। ਇਹਨੂੰ ਇੱਕ ਲੈਵਲ 'ਤੇ ਹੋਰ ਦੇਖਣਾ, ਜਿਵੇਂ ਇਸਤਰੀ ਨੂੰ ਸੰਬੋਧਨ ਕਰਕੇ ਕੁਲੱਖਣੀ ਤੇ ਕੁਨਾਰ ਕਿਹਾ ਗਿਆ। ਅੱਜ ਦਾ ਮਾਹੌਲ ਕੁਝ ਬਦਲ ਗਿਆ। ਅੱਜ ਘਰਾਂ ਦੇ ਵਿੱਚ ਨਾ ਇਸਤਰੀ ਰਹਿ ਗਈ ਏ, ਨਾ ਉਸ ਰੂਪ ਵਿੱਚ ਮਰਦ ਰਹਿ ਗਿਆ। ਦੋਵਾਂ ਦੇ ਰੋਲ ਬਦਲ ਗਏ ਨੇ। ਮੈਂ ਤਾਂ ਕਈ ਵਾਰੀ ਪੇਰੈਂਟਿੰਗ ਦੇ ਮਾਡਲ ਦੀ ਗੱਲ ਕਰਦਿਆਂ ਹੋਇਆਂ ਬਾਤ ਕਹਿਣਾ ਕਿ ਘਰਾਂ ਦੇ ਵਿੱਚੋਂ ਮਾਂ ਤੇ ਨਦਾਰਤ ਹੋ ਗਈ ਹੈ, ਮਾਂ ਤੇ ਰਹੀ ਨਹੀਂ ਹੁਣ। ਹਾਂ, ਪਿਓ ਦੋ ਹੋ ਗਏ ਨੇ, ਇਹ ਸੱਚ ਹੋ ਗਿਆ। ਘਰ ਦੇ ਵਿੱਚ
ਫਾਦਰ ਫਿਗਰ ਵੱਧ ਗਈ ਹੈ, ਬਾਪ ਦੋ ਹੋ ਗਏ ਨੇ, ਕਿਉਂਕਿ ਬਾਪ ਦਾ ਕੰਮ ਹੈ ਕਮਾਉਣਾ, ਕਮਾਈ ਕਰਨ ਵਾਲੇ ਦੋ ਨੇ, ਸਾਂਭਣ ਵਾਲਾ ਕੋਈ ਨਹੀਂ ਹੈਗਾ। ਮਾਂ ਦਾ ਕੰਮ ਹੁੰਦਾ ਸਾਂਭਣ ਵਾਲਾ, ਮਾਂ ਗਾਇਬ ਹੋ ਗਈ। ਆਪ ਅੰਦਾਜ਼ਾ ਲਾਓ, ਜੇ ਐਂਸ਼ੀਅੰਟ ਵਿਜ਼ਡਮ ਨੂੰ ਸਹੀ ਰੂਪ ਵਿੱਚ ਪੜ੍ਹਦੇ ਹਾਂ, ਜਿਹੜੇ ਸ਼ਾਸਤਰ ਗ੍ਰੰਥ ਪੁਰਾਣੇ ਲਿਖੇ ਗਏ ਨੇ, ਬੱਚੇ ਨੂੰ ਗਾਲਬਨ 4 ਸਾਲ ਤੱਕ ਜਿਹੜੀ ਸਮੁੱਚੀ ਮਤਲਬ ਮਾਂ ਆਪਣੀ ਕਡਲਿੰਗ ਦੇ ਵਿੱਚ ਇਸ ਤਰੀਕੇ ਨਾਲ ਰੱਖੇ, 4 ਸਾਲ ਤੱਕ ਬੱਚੇ ਦਾ ਸੈਲਫ ਕੌਨਫੀਡੈਂਸ ਤਾਂ ਡਿਵੈਲਪ ਹੁੰਦਾ ਹੈਗਾ। ਮਾਂ ਜਿੱਥੇ ਹੈ ਹੀ ਨਹੀਂ, ਨਦਾਰਤ ਹੋ ਗਈ ਬਿਲਕੁਲ। ਬੱਚਿਆਂ ਦੇ ਵਿੱਚ ਅੱਜ ਤੁਸੀਂ ਦੇਖੋ ਕੋਈ ਹਾਲ ਥੋੜ੍ਹਾ ਹੈਗਾ ਕਿਸ ਤਰੀਕੇ ਨਾਲ ਬੱਚਿਆਂ ਦੀ ਮੈਂਟਲ ਹੈਲਥ ਖਰਾਬ ਹੋ ਗਈ ਹੈ, ਪੈਰੈਂਟਿੰਗ ਫੇਲ ਹੋ ਗਈ। ਫਿਰ ਉਸ ਚੀਜ਼ ਨੂੰ ਫੁੱਲਫਿਲ ਕਰਨ ਵਾਸਤੇ ਕੀ ਕੀਤਾ ਜਾ ਰਿਹਾ, ਇਹਨੂੰ ਇੱਕ ਸਰਲ ਐਗਜ਼ਾਮਪਲ 'ਚ ਲੈ ਲੈਣਾ। ਕੁਲੱਖਣੀ ਕੁਨਾਰ ਬੜਾ ਵੱਡਾ ਸ਼ਬਦ ਕਿਹਾ ਮਹਾਰਾਜ ਨੇ ਇੱਥੇ। ਮਾਪੇ ਕੀ ਸੋਚਦੇ ਨੇ ਕਿ ਨਾ ਇਹਨਾਂ ਮੁਲਕਾਂ 'ਚ ਆਏ ਤੇ ਪੈਸੇ ਕਮਾਉਣ ਵਾਸਤੇ। ਐਕਚੁਅਲੀ ਇਹ ਸਲੋਗਨ ਹੀ ਗਲਤ ਹੈ। ਅਸੀਂ ਬੈਟਰ ਲਾਈਫ ਵਾਸਤੇ ਆਏ ਹਾਂ। ਹੈਵ ਟੂ ਥਿੰਕ ਇਨ ਦੈਟ ਸੈਂਸ। ਜੇ ਸੈਂਸ ਵਿੱਚ ਨਹੀਂ ਸੋਚਾਂਗੇ ਗੜਬੜ ਹੋ ਜਾਏਗੀ। ਹੁਣ ਜਿਹੜੀ ਬਾਤ ਹੈ ਬੈਟਰ ਲਾਈਫ, ਉਹਨੂੰ ਹੋਰ ਤਰੀਕੇ ਨਾਲ ਦੇਖਣਾ, ਲੌਂਗ ਟਰਮ ਵਿੱਚ ਦੇਖੋ। ਸਾਡੇ ਇੱਕ ਮਿੱਤਰ ਇੰਜੀਨੀਅਰ ਅੱਜ ਕੱਲ੍ਹ ਉਹ ਚਲੇ ਗਏ ਨੇ ਇੱਥੋਂ, ਹੁਣ TTC ਵਿੱਚ ਕੰਮ ਕਰਦੇ ਸੀ ਐਜ਼ ਏ ਇੰਜੀਨੀਅਰ। ਸ਼ਾਇਦ ਉਦੋਂ ਇੰਜੀਨੀਅਰ ਨਹੀਂ, ਉਦੋਂ ਕਿਸੇ ਹੋਰ ਜੋਬ 'ਤੇ ਸੀਗੇ ਉਹ। ਇੱਕ ਹੋਰ ਮੇਰੇ ਬਹੁਤ ਨੇੜਲੇ ਸਨੇਹੀ, ਉਹਨਾਂ ਕੋਲ ਸ਼ਾਇਦ ਉਹ T10 ਲਾਇਸੈਂਸ ਕਹਿੰਦੇ, ਕਿਹੜਾ ਕਹਿੰਦੇ, ਜਿਹੜਾ ਹੈਵੀ ਮਸ਼ੀਨਰੀ ਦਾ ਲਾਇਸੈਂਸ ਹੁੰਦਾ ਹੈਗਾ, ਡੀਜ਼ਲ ਮਕੈਨੀਕਲ ਵਗੈਰਾ ਦਾ, ਉਹਦੇ ਕੋਲ ਸ਼ਾਇਦ ਉਹ ਸੀਗਾ। ਅਤੇ ਉਹਨੇ ਕਿਹਾ ਤੂੰ ਨਾ TTC 'ਚ ਜੋਬ ਅਪਲਾਈ ਕਰ ਦੇ। ਮਾਫੀ ਚਾਹਾਂਗਾ, ਮੇਰਾ ਗਲਾ ਅੰਡਰ ਵੈਦਰ ਹੈ ਇਸ ਕਰਕੇ। ਉਹ 'ਚ ਹੋਇਆ ਇਹ ਕਿ ਉਹਨੇ ਕਿਹਾ ਤੂੰ ਅਪਲਾਈ ਕਰ ਦੇ ਇਸ ਜੋਬ ਵਾਸਤੇ। ਜੋਬਾਂ ਨਿਕਲੀਆਂ ਨੇ, ਦੇ ਆਰ ਹੰਟਿੰਗ some kind of certified mechanics and you can get it. He was good, he was doing good job ਕਿਸੇ ਹੋਰ ਫਰਮ ਦੇ ਵਿੱਚ। ਜਦੋਂ ਇਹ ਗੱਲ ਕਹੀ ਤਾਂ ਉਹ ਕਹਿੰਦਾ ਜੀ ਪਹਿਲੇ ਨੰਬਰ 'ਤੇ ਮੇਰੀ ਇੱਛਾ ਕੋਈ ਨਹੀਂ ਜੋਬ ਅਪਲਾਈ ਕਰਨ ਦੀ, ਦੂਜੇ ਮੈਂ ਤੁਹਾਡੇ ਅਦਾਰੇ 'ਚ ਨਹੀਂ ਜੋਬ ਕਰ ਰਿਹਾ ਅਪਲਾਈ ਕਰਨੀ। ਉਹ ਕਹਿੰਦੇ ਉਹ ਕਿਉਂ? ਕਹਿੰਦਾ ਤੁਸੀਂ ਤਾਂ ਫਰੀ ਦੀਆਂ ਰੋਟੀਆਂ ਖਾਂਦੇ ਹੋ, ਤੁਸੀਂ ਤਾਂ ਕੰਮ ਤਾਂ ਕਰਦੇ ਹੀ ਨਹੀਂ ਹੈਗੇ। ਮਤਲਬ ਇਸ ਤਰੀਕੇ ਨਾਲ ਉਹਨੂੰ ਕਿਹਾ। ਹੁਣ ਮੈਂ ਦੇਖ ਰਿਹਾ ਦੋਵਾਂ ਵੱਲ, ਮੈਂ ਕਿਹਾ ਵੀ ਹੁਣ ਦੇਖਦੇ ਹਾਂ ਵੀ ਇਹ ਆਪਣਾ ਕੇਸ ਕਿਵੇਂ ਡਿਫੈਂਡ ਕਰਦਾ ਹੈਗਾ, ਕਿਉਂਕਿ ਇਹਨੇ ਬੜੀ ਵੱਡੀ ਗੱਲ ਕਹਿ ਦਿੱਤੀ। ਉਹ ਖੈਰ ਉਹ ਕਹਿੰਦੇ ਵੀ ਵੀਰ ਜੀ ਮੈਨੂੰ ਜ਼ਰਾ ਵਿਸਥਾਰ ਨਾਲ ਦੱਸੋ, ਤੁਸੀਂ ਸਾਨੂੰ ਤਾਂ ਕੰਮ ਕਰਦੇ ਹੀ ਨਹੀਂ ਗਿਣਦੇ, ਆਖਰਕਾਰ ਕਿਉਂ ਕਹਿ ਰਹੇ ਹੋ? ਕਹਿੰਦੇ ਕਦੋਂ ਤੁਹਾਡੇ ਬੰਦੇ ਦੇਖੇ ਇੱਕ ਇੱਕ ਜੋਬ ਨੂੰ ਕਿੰਨਾ ਕਿੰਨਾ ਟਾਈਮ ਲਾ ਦਿੰਦੇ, ਫਿਰ ਕੰਮ ਹੀ ਨਹੀਂ ਕਰਦੇ, ਫਿਰ ਇਸ ਤਰੀਕੇ ਦੇ ਨਾਲ। ਉਹ ਕਹਿੰਦੇ ਹਾਂ। ਕਹਿੰਦੇ ਹੁਣ ਮੈਂ ਤੁਹਾਨੂੰ ਦੱਸਦਾ, ਐਕਚੁਅਲੀ ਤੁਸੀਂ ਹੈਗੇ ਇੱਕ ਪ੍ਰਾਈਵੇਟ ਅਦਾਰੇ 'ਚ ਕੰਮ ਕਰਦੇ ਹੋਏ, ਜਿਹਦੇ ਅੰਦਰ ਤੁਸੀਂ ਕਦੀ ਵੀ ਟਾਰਗੇਟ ਮੀਟ ਨਹੀਂ ਕਰ ਸਕਣੇ, ਕਿਉਂਕਿ ਉਹਨਾਂ ਦਾ ਕੰਮ ਮੋਸਟਲੀ ਵਰਕਰਸ ਦਾ ਲਹੂ ਨਿਚੋੜਨਾ ਹੈ। ਇਹ ਗੌਰਮੈਂਟ ਹੀ ਅਦਾਰਾ ਹੈ, ਕੰਮ ਕਰਦਾ ਇਹਦੇ 'ਚ, ਪਬਲਿਕ ਫੰਡਡ ਮਸ਼ੀਨਰੀ। ਇੱਥੇ ਅਸੀਂ ਬੰਦੇ ਤੋਂ ਕੰਮ ਕੋਈ 10-12 ਸਾਲ ਕਰਾ ਕੇ ਤੇ ਉਹਨੂੰ ਬਾਹਰ ਸੱਟਣਾ ਇਹ ਨਹੀਂ ਕਰਨਾ। ਅਸੀਂ ਬੰਦੇ ਤੋਂ ਕੰਮ ਐਟਲੀਸਟ 65 ਸਾਲ ਕਰਾਉਣਾ ਉਹਦੀ ਏਜ ਤੱਕ। ਉਹਦੇ ਲਈ ਜਿਹੜਾ ਵਰਕ ਬੈਲੈਂਸ ਹੈ ਹੋਣਾ ਬੜਾ ਜ਼ਰੂਰੀ ਹੈ, ਬੜੇ ਬੈਲੈਂਸਡ ਵੇ ਦੇ ਨਾਲ, ਕਿਉਂਕਿ ਇੱਕ ਦਿਨ ਇਹ ਕੰਮ ਥੋੜ੍ਹਾ ਮੁੱਕ ਜਾਣਾ ਹੈ, ਇਹ ਤਾਂ ਲੰਬਾ ਸਮਾਂ ਆ। ਫਿਰ ਇਹ ਵੀ ਹੈ ਉਹਨੂੰ ਹੈਲਦੀ ਵੀ ਰੱਖਣਾ, ਮੁੜ ਕੇ ਉਹ ਕਿਸੇ ਤਰੀਕੇ ਨਾਲ ਸਾਡੇ ਕੋਲ ਕੰਮ ਕਰਦਿਆਂ ਹੋਇਆਂ ਉਹ ਲੌਂਗ ਟਰਮ ਲੈਵਲ 'ਤੇ ਜਿਹੜਾ ਹੈਗਾ ਡਿਸੇਬਿਲਿਟੀ 'ਤੇ ਜਾਣਾ ਪੈ ਗਿਆ, ਉਹਨੂੰ ਕੋਈ ਫਿਜ਼ੀਕਲ ਇਸ਼ੂ ਆ ਗਿਆ, ਸਭ ਅਦਾਰੇ 'ਤੇ ਪੈਣੇ ਨੇ ਸਾਰੇ। ਸੋ ਅਦਾਰਾ ਉਹਨਾਂ ਦੀ ਪੂਰੀ ਫੁੱਲ ਟੇਕ ਕੇਅਰ ਕਰਕੇ ਉਹਨਾਂ ਨੂੰ ਉਨਾ ਹੀ ਕੰਮ ਕਰਾ ਰਿਹਾ। ਐਂਡ ਮੋਸਟ ਆਫ ਐਕਚੁਅਲੀ ਜਿਹੜਾ ਪਲੇਸਿਸ ਦੇ ਵਿੱਚ ਮੈਨੇਜਰ ਦੇ ਨੋ ਐਵਰੀਥਿੰਗ, ਉਹ ਇਸ ਰੂਪ ਵਿੱਚ ਕੰਮ ਕਰਾ ਰਹੇ ਨੇ। ਜਿਹੜੀ ਮੈਂ ਐਗਜ਼ਾਮਪਲ ਕਰ ਰਿਹਾ ਸੀਗਾ ਕਿ ਆਪਾਂ ਧਿਆਨ ਨਾਲ ਦੇਖੀਏ, ਇੱਕ ਦਿਨ ਇਹ ਥੋੜ੍ਹਾ ਕੰਮ ਮੁੱਕ ਜਾਣਾ। ਇਹਨਾਂ ਮੁਲਕਾਂ ਨੂੰ ਜੇ ਅਸੀਂ ਆਪਣਾ ਘਰ ਚੂਜ਼ ਕੀਤਾ ਹੈ ਤੇ ਸਾਨੂੰ ਉਹਦੇ ਅਕੋਰਡਿੰਗਲੀ ਆਪਣੀ ਜਿਹੜੀ ਸਟੇਟ ਆਫ ਮਾਈਂਡ ਵੀ ਚੇਂਜ ਕਰਨੀ ਪਏਗੀ।
ਬੰਦਾ ਕਹਿੰਦਾ ਜੀ ਪੈਸੇ ਕਮਾਉਣ ਆਏ ਆ, ਪੈਸੇ ਕਮਾ ਰਹੇ ਆ, 12 ਮਿਲ ਜਾਣ 12 ਲਾ ਲੈਂਦੇ, 18 ਮਿਲ ਜਾਣ 18 ਲਾ ਲੈਂਦੇ ਆ ਘੰਟੇ। ਪਰ ਹੁਣ ਜੇ ਇਸ ਰੂਪ ਵਿੱਚ ਚੱਲਾਂਗੇ ਤੇ ਪਰਿਵਾਰ ਨੂੰ ਧਿਆਨ ਕੌਣ ਦੇਵੇਗਾ? ਹੁਣ ਜਿਹੜੀ ਮੈਂ ਬਾਤ ਕੀਤੀ ਕਿ ਬਾਪ ਤੇ 2 ਆ ਗਏ ਕਮਾਉਣ ਵਾਲੇ, ਮਾਂ ਹੈ ਹੀ ਨਹੀਂ। ਫਿਰ ਟੌਪ ਆਫ ਦੈਟ ਇਹ ਕੀਤਾ ਜਾ ਰਿਹਾ ਕਿ ਨਾ ਬੰਦਾ ਸੋਚਦਾ ਵੀ ਆਪਾਂ ਇੱਕ ਕੰਮ ਕਰਦੇ ਹਾਂ ਕਿ ਨਾ ਆਪਾਂ ਬੱਚੇ ਨੂੰ ਪੈਸੇ ਨਾਲ ਖੁਸ਼ ਕਰ ਦਿਆਂਗੇ, ਆਪਾਂ ਇਹਨੂੰ ਮਹਿੰਗਾ ਸਮਾਨ ਲੈ ਕੇ ਦੇਵਾਂਗੇ। ਬੱਚਾ ਜਿੱਦ ਕਰਦਾ ਮੈਨੂੰ ਸਾਈਕਲ ਚਾਹੀਦਾ, ਜਾਂ ਕਈ ਵਾਰੀ ਬੱਚਾ ਕਿਸੇ ਦਾ ਸਾਈਕਲ ਚਲਾਉਂਦੇ ਨੂੰ ਵੇਖਦਾ ਤੇ ਮਾਂ-ਬਾਪ ਨੋਟ ਕਰਦਾ ਹਾਂ ਇਹਨੂੰ ਸਾਈਕਲ ਲੈ ਕੇ ਦਿੰਦੇ ਆ। ਸਾਈਕਲ ਸਟੋਰ ਤੋਂ ਲੈਣ ਵਾਸਤੇ ਗਏ, ਬੱਚੇ ਨੂੰ ਤਾਂ ਸਾਈਕਲ ਚਾਹੀਦਾ ਪੈਡਲ ਮਾਰਨ ਵਾਸਤੇ। ਮਾਂ-ਬਾਪ ਨੇ ਕਿਹਾ ਹਾਂ ਇਹਨੂੰ ਨਾ $400 ਦਾ ਸਾਈਕਲ ਲੈ ਕੇ ਦਿਓ, ਮਹਿੰਗਾ, ਸਭ ਤੋਂ ਵਧੀਆ। ਮੁੜ ਕੇ ਐਕਸਪੈਕਟੇਸ਼ਨਸ ਇਹ ਰੱਖੀਆਂ ਕਿ ਇੰਨਾ ਮਹਿੰਗਾ ਸਾਈਕਲ ਲੈ ਕੇ ਦਿੱਤਾ, ਹੁਣ ਤੇ ਆਖੇ ਲੱਗੇਗਾ ਸਾਡੇ। ਪਰ ਬੱਚੇ ਨੇ ਤੇ ਮੰਗਿਆ ਨਹੀਂ ਸੀਗਾ, ਬੱਚੇ ਨੂੰ ਤਾਂ ਸਾਈਕਲ ਚਾਹੀਦਾ ਸੀ, ਉਹ $25 ਦਾ ਵੀ ਲੈ ਦਿੰਦੇ, ਤੁਸੀਂ ਵੀ ਚਲਾਈ ਜਾਣਾ ਸੀ ਉਹਨੇ। ਤੁਸੀਂ ਆਪਣੇ ਤੌਰ ਤੇ ਇਹ ਚੀਜ਼ਾਂ ਜਿਹੜੀਆਂ ਨੇ ਅਸਿਊਮ ਕਰ ਲਈਆਂ। ਇਹ ਰੂਪਤਾ ਜਿਹੜੀ ਹੈ ਇਹ ਗਲਤ ਹੈ। ਜਿਹੜਾ ਯੂਨੀਵਰਸਲ ਲਾ ਹੈ ਉਹਨੂੰ ਅੰਡਰਸਟੈਂਡ ਕਰੋ, ਉਹਨੂੰ ਸਮਾਂ ਦਿਓ, ਉਹਦੇ ਨਾਲ ਟਾਈਮ ਸਪੈਂਡ ਕਰੋ, ਉਹਦੇ ਨਾਲ ਉਹ ਕੰਮ ਕਰੋ ਜਿਹੜੇ ਉਹ ਲਾਈਕ ਕਰਦਾ ਹੈ। ਉਹ ਲਾਈਕ ਕਰਦਾ ਪੇਂਟਿੰਗ ਕਰਨੀ, ਬੈਠ ਕੇ ਕਰੋ। ਮਾਂ ਦਾ ਕੰਮ ਇਹੀ ਹੁੰਦਾ ਸੀਗਾ। ਮਾਂ ਬੱਚੇ ਨਾਲ ਬੱਚਾ ਬਣਦੀ ਸੀ, ਬੱਚੇ ਨਾਲ ਖੇਡਦੀ ਸੀ। ਮਾਂ ਜੇ ਸਿਆਣੀ ਬਣ ਕੇ ਵਰਤੇਗੀ ਬੱਚੇ ਦੇ ਨਾਲ ਤੇ ਬੱਚਾ ਕਹੇਗਾ ਨਾ ਉਹਨੂੰ ਮੈਨੂੰ ਨਹੀਂ ਚਾਹੀਦੀ ਐਵੇਂ ਦੀ ਮਾਂ, ਮੈਂ ਬਾਹਰ ਦੋਸਤ ਲੱਭਾਂਗਾ, ਕਿਉਂਕਿ ਉਹ ਮੈਨੂੰ ਚੰਗੇ ਲੱਗਦੇ ਨੇ। ਇਸੇ ਕਰਕੇ ਹੁੰਦਾ ਮਾਪੇ ਦੋਸਤ ਨਹੀਂ ਬਣਦੇ ਬੱਚਿਆਂ ਦੇ, ਉਹ ਸਿਆਣੇ ਬਣਦੇ ਨੇ। ਉਹ ਸਿਆਣੇ ਵੀ ਨਹੀਂ ਬਣਦੇ ਐਕਚੁਅਲੀ। ਮੈਂ ਤਾਂ ਦੇਖਿਆ ਸਾਡੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚ ਉਹ ਤਾਂ ਇੰਸਟਰਕਟਰ ਬਣਦੇ ਨੇ। ਉਹ ਕਹਿੰਦੇ ਅੱਛਾ ਮੈਂ ਤੈਨੂੰ ਦੱਸਦਾ ਖੜਨਾ ਕਿਵੇਂ ਹੈ, ਬਹਿਣਾ ਕਿਵੇਂ ਹੈ, ਇੱਧਰ ਹੋ ਇੱਧਰ ਹੋ। ਬੱਚਾ ਕਹਿੰਦਾ ਇਹ ਐਸ ਕੈਸੀ ਹਾਲਤ ਹੈ, ਮੈਨੂੰ ਤਾਂ ਦੋਸਤ ਚਾਹੀਦਾ ਖੇਡਣ ਵਾਸਤੇ। ਬਣੋਗੇ ਤੇ ਵਧੀਆ, ਉਹ ਹੱਥ ਫੜਾਏਗਾ ਤੁਹਾਨੂੰ ਆਪਣਾ, ਤੁਹਾਡੇ ਨਾਲ ਨਾਲ ਤੁਰੇਗਾ। ਹਾਂ ਖੇਡਦਿਆਂ ਖੇਡਦਿਆਂ ਤੁਸੀਂ ਉਹਨੂੰ ਚੀਜ਼ਾਂ ਬਹੁਤ ਸਾਰੀਆਂ ਸਿਖਾ ਸਕਦੇ ਹੋ, ਦੱਸ ਸਕਦੇ ਹੋ ਬੜਾ ਕੁਝ ਐਸਾ। ਪਰ ਇਹ ਹੋਏਗਾ ਉਹਦੇ ਵਿੱਚ ਜਦੋਂ ਬੰਦਾ ਅੰਤਰੀਵ ਦੁਨੀਆ ਦੇ ਵਿੱਚ ਮਾਇਆਵੀ ਭੁੱਖ ਵਿੱਚ ਚਲਾ ਗਿਆ, ਮਨ ਮਰਜ਼ੀਆਂ ਕਰਨੀਆਂ ਸੋਚਦਾ ਹੈ ਤੇ ਚਲਾਕੀ ਦੇ ਨਾਲ ਸਭ ਫਿਕਸ ਕਰਨਾ ਸੋਚਦਾ। ਪੈਸੇ ਨਾਲ ਹੀ ਬੱਚੇ ਨੂੰ ਠੀਕ ਕਰ ਲਾਂਗਾ, ਪੈਸੇ ਨਾਲ ਹੀ ਰਿਸ਼ਤੇ ਨਿਭਾ ਲਾਂਗਾ, ਪੈਸੇ ਨਾਲ ਹੀ ਰੱਬ ਨੂੰ ਖੁਸ਼ ਕਰ ਲਾਂਗਾ, ਪੈਸੇ ਨਾਲ ਹੀ, ਫਿਰ ਇਹ ਸਭ ਚੀਜ਼ਾਂ ਚੱਲਦੀਆਂ ਇਸ ਰੂਪ ਦੇ ਵਿੱਚ। ਤੇ ਫਿਰ ਕੀ ਹੁੰਦਾ ਹੈ, ਜਿਹੜਾ ਮਾਇਆਵੀ ਸੰਸਾਰ ਆ ਨਾ ਇਹ ਸਾਕਤ ਦਾ ਸੰਸਾਰ ਹੈ। ਤੇ ਸਾਕਤ ਜਿਹੜਾ ਹੈ, ਬਾਣੀ ਨੇ ਕਿਹਾ ਸਾਕਤ ਕੀ ਬਿਦ ਨੈਨੋ ਡੀਠੀ, ਕੀ ਹੁੰਦਾ ਹੈ? ਅੰਮ੍ਰਿਤ ਕੌਰਾ। ਉਹਨੂੰ ਨੈਕਟਰ ਵੀ ਪਾ ਕੇ ਦਿਓ ਉਹਨੂੰ ਕੌੜਾ ਲੱਗਦਾ, ਕਿਉਂਕਿ ਉਹਦੀ ਬੁੱਧ ਸਾਕਤ ਮਤੀਆ ਹੋ ਗਈ ਹੈ। ਅਨਫੋਰਚੂਨੇਟਲੀ ਸਾਡੀ ਹਾਲਤ ਦੇਖੋ ਕੀ ਬਣ ਗਈ ਹੈ। ਮੈਂ ਤੇ ਲੋਕਾਂ ਨੂੰ ਧਾਰਮਿਕ ਬੰਦਿਆਂ ਦੀ ਮਪਾਇਸ਼ ਕਰਦਿਆਂ ਦੇਖਦਾ ਹਾਂ। ਲੋਕੀ ਕਹਿੰਦੇ ਫਲਾਣਾ ਬੜੀ ਕਿਰਪਾ ਹੈ ਉਹਦੇ ਤੇ ਰੱਬ ਜੀ ਦੀ। ਕੀ ਹੈ ਭਾਈ ਸਾਹਿਬ, ਤੁਹਾਨੂੰ ਨਹੀਂ ਪਤਾ 28 ਕਿੱਲਿਆਂ 'ਚ ਡੇਰਾ ਹੈ ਉਹਦਾ। ਕਿਰਪਾ ਕਾਹਦੀ ਹੈ ਭਾਈ? ਭਾਈ ਸਾਹਿਬ ਜੀ ਦੁਨੀਆ ਦੀ ਕੋਈ ਐਸੀ ਬ੍ਰਾਂਡਡ ਗੱਡੀ ਨਹੀਂ ਹੈਗੀ ਜਿਹੜੀ ਉਹਦੇ ਡੇਰੇ ਤੇ ਨਹੀਂ ਖੜੀ, ਜਾ ਕੇ ਦੇਖੋ ਤੁਸੀਂ ਕੀ ਸੋਚਦੇ ਹੋ? ਇਹ ਤੇ ਕਿਸੇ ਸਾਕਤ ਮਤੀਏ ਦੀ ਗੱਲ ਕਰ ਰਹੇ ਹੋ ਤੁਸੀਂ। ਅਧਿਆਤਮੀ ਜੀਵਨ ਦੀ ਪਹਿਚਾਨ ਇਹ ਨਹੀਂ ਹੁੰਦੀ, ਪਰ ਕਿਉਂਕਿ ਸੋਚ ਦਾ ਦਾਇਰਾ ਬਣ ਗਿਆ ਅਸੀਂ ਰਿਸ਼ਤੇਦਾਰਾਂ ਨੂੰ ਐਵੇਂ ਮਾਪਦੇ ਹਾਂ। ਲੋਕ ਦੱਸਦੇ ਨੇ ਸਾਡਾ ਫਲਾਣਾ ਰਿਸ਼ਤੇਦਾਰ ਹੈ ਜੀ, ਕਿਉਂ? ਕਿਉਂਕਿ ਅਮੀਰ ਹੈ। ਕੋਈ ਹੋਰ ਵੀ ਹੋ ਸਕਦਾ। ਜਾਂ ਕਈ ਵਾਰ ਬੱਚਿਆਂ ਨਾਲ ਅਸੀਂ ਐਕਚੁਅਲ ਲੈਵਲ ਤੇ ਨਾ, ਮੈਂ ਮਾਫੀ ਮੰਗਾਂਗਾ, ਸਾਡੇ ਵੱਡੇ ਲੈਵਲ ਤੇ ਛੋਟੀ ਉਮਰ ਦੇ ਬੱਚੇ ਡਰੱਗ ਟ੍ਰੈਫਿਕਿੰਗ ਵਾਲੇ ਪਾਸੇ ਅਟਰੈਕਟ ਹੋ ਰਹੇ ਨੇ। ਬਚਾਉਣੇ ਹਾਰਡ ਹੋਏ ਪਏ ਨੇ, ਅਥਾਰਟੀਜ਼ ਨੂੰ ਬਚਾਉਣੇ ਹਾਰਡ ਹੋਏ ਪਏ ਨੇ। ਤੁਸੀਂ ਤੇ ਬਾਤ ਹੀ ਛੱਡੋ। ਉਹ ਜਦੋਂ ਅਸੀਂ ਡੀਪ ਲੈਵਲ ਤੇ ਦੇਖਦੇ ਹਾਂ ਵੀ ਆਖਰਕਾਰ ਇਹ ਬਾਤ ਕੀ ਹੋ ਰਹੀ ਹੈ, ਤੇ ਘਰਾਂ ਥਾਵਾਂ ਤੇ ਵੀ ਜਿਹੜੀਆਂ ਡਿਸਕਸ਼ਨਸ ਹੁੰਦੀਆਂ ਨੇ ਨਾ, ਸਿਮਰਨ ਇਹੀ ਹੁੰਦਾ। ਸਿਮਰਨ ਇੱਕ ਗੁੱਠੇ ਬੈਠ ਕੇ, ਮੈਂ ਇੱਕ ਫਿਰ ਬੇਨਤੀ ਕਰਾਂਗਾ, ਮਾਫੀ ਮੰਗਾਂਗਾ, ਇੱਕ ਗੁੱਠੇ 'ਚ ਬੈਠ ਕੇ ਤੁਸੀਂ ਰੋਜ਼ ਰਹਿ ਰਾਸਤਾ ਪਾਠ ਕਰ ਲਓ। ਇਟਸ ਨੋਟ ਗੋਨਾ ਅਫੈਕਟ ਐਟ ਆਲ, ਨਾ ਤੁਹਾਡੇ ਤੇ ਨਾ ਤੁਹਾਡੇ ਪਰਿਵਾਰ ਤੇ। ਤੁਸੀਂ ਸਾਂਝੇ ਤੌਰ ਤੇ ਰਹਿ ਰਾਸ ਤੇ 2 ਸ਼ਬਦ ਰੋਜ਼ ਪੜ੍ਹੋ, ਹੌਲੀ ਹੌਲੀ ਕਰਕੇ ਪੂਰੀ ਪੜ੍ਹਨੀ ਸ਼ੁਰੂ ਕਰੋ, ਪਰ ਪਰਿਵਾਰਕ ਤੌਰ ਤੇ ਪੜ੍ਹੋ। ਹੋ ਸਕੇ ਤਾਂ ਉਹਦੀ ਗੱਲ ਕਰੋ,
ਫਿਰ ਇਹੀ ਨਹੀਂ, ਗੱਲਾਂ ਕਰੋ ਉਹਨਾਂ ਦੀਆਂ ਘਰਾਂ ਵਿੱਚ ਬੈਠ ਕੇ ਜਿਨ੍ਹਾਂ ਵਰਗੇ ਤੁਸੀਂ ਬਣਨਾ ਚਾਹੁੰਦੇ ਹੋ ਤੇ ਤੁਸੀਂ ਆਪਣੇ ਬੱਚਿਆਂ ਨੂੰ ਬਣਦੇ ਵੇਖਣਾ ਚਾਹੁੰਦੇ ਹੋ। ਜਦੋਂ ਬੱਚੇ ਵੇਖਦੇ ਨੇ ਘਰਾਂ 'ਚ ਗੱਲਾਂ ਕਿਹੜੀਆਂ ਹੋ ਰਹੀਆਂ ਨੇ, ਉਹ ਫਲਾਣਾ ਭਾਈ ਪਤਾ ਨਹੀਂ ਕੀ ਤਿਕੜਮ ਲਾਇਆ, 10 ਸਾਲਾਂ ਦੇ ਵਿੱਚ ਆ ਕੰਪਨੀ ਖੜੀ ਕਰ ਗਿਆ, ਆ ਪੈਸੇ ਬਣਾ ਗਿਆ, ਇਸ ਤਰ੍ਹਾਂ ਕਰ ਗਿਆ, ਇਹ ਸਾਰਾ ਕੁਝ ਬੱਚੇ ਸੁਣਦੇ ਨੇ। ਛੋਟੇ ਜਿਹੇ ਬੱਚੇ ਦੇ ਜ਼ਿਹਨ 'ਚ ਆ ਜਾਂਦਾ ਹੈ, ਇੱਥੇ ਦੁਨੀਆ ਚੱਲਦੀ ਪੈਸੇ ਨਾਲ, ਪੈਸਾ ਬਣਾਓ। Who care about education? Who care about career? Who care about other stuff? No, 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 no. Care only for money. ਇੱਥੋਂ ਫਿਰ ਇੱਕ ਅਲਾਮਤ ਪੈਦਾ ਹੋ ਰਹੀ ਹੈ ਸਾਰੇ ਦੀ ਸਾਰੀ। ਇਹ ਕੁਲੱਖਣ ਨੇ, ਇਹਦੇ ਚੋਂ ਫਿਰ ਕੁਨਾਰ ਪੈਦਾ ਹੁੰਦਾ ਹੈ। ਉਹ ਜੀਵਾਤਮਾ, ਉਹ ਰੂਹ ਜੋ ਜਿਹੜਾ ਉਹਨੂੰ ਨਹੀਂ ਕਰਨਾ ਚਾਹੀਦਾ ਉਹ ਕਰਨ ਲੱਗ ਜਾਏ। ਗੁਰੂ ਸਾਹਿਬ ਕਹਿੰਦੇ ਹੁਕਮ ਦੀ ਨਾ ਪਹਿਚਾਨ ਹੋਣ ਸਦਕਾ, ਅਸਲ ਯੂਨੀਵਰਸਲ ਰਿਐਲਿਟੀ ਨੂੰ ਨਾ ਸਮਝਣ ਸਦਕਾ ਬੰਦੇ ਦੀ ਇਹ ਹਾਲਤ ਬਣੀ ਪਈ ਹੈ। ਇੱਕ ਐਗਜ਼ਾਮਪਲ ਹੋਰ ਦੇ ਦੇਣਾ। ਛੋਟੀਆਂ ਛੋਟੀਆਂ ਚੀਜ਼ਾਂ ਜੀਵਨ ਵਿੱਚ ਵੇਖਦੇ ਹਾਂ ਅਸੀਂ। ਆਪ ਨੂੰ ਪਤਾ ਹੋਏਗਾ ਸਿਆਲੀ ਰੁੱਤਾਂ ਦੇ ਵਿੱਚ ਪੰਜਾਬ ਤੇ ਦੇ ਆਲੇ ਦੁਆਲੇ ਫਿਜ਼ਾਵਾਂ ਦੇ ਵਿੱਚ ਕਈ ਵਾਰੀ ਲਟੇਰੇ ਪੈਣੇ ਸ਼ੁਰੂ ਹੋ ਜਾਂਦੇ ਨੇ। ਰਾਤਾਂ ਨੂੰ ਕਈ ਤਰ੍ਹਾਂ ਦੇ ਉਹਨਾਂ ਦੇ ਨਾਂ ਦੱਸੇ ਜਾਂਦੇ ਨੇ। ਕੋਈ ਕਹਿੰਦੇ ਜੀ ਉਹ ਕਾਲੇ ਕੱਛਿਆਂ ਵਾਲੇ ਨੇ, ਕੋਈ ਇਸ ਤਰੀਕੇ ਦੇ ਨੇ, ਇਸ ਤਰੀਕੇ। ਆਪਨੇ ਸ਼ਾਇਦ ਕਾਫੀ ਸੁਣਿਆ ਹੋਏਗਾ ਇਹਦੇ ਬਾਬਤ ਵੀ ਉਹ ਮਤਲਬ ਬੜੇ ਓਇਲੀ ਉਹਨਾਂ ਦੇ ਸਰੀਰ ਹੁੰਦੇ ਨੇ ਤੇ ਫੜੇ ਨਹੀਂ ਜਾਂਦੇ ਤੇ ਕੱਟ ਵੱਢ ਕਰ ਜਾਂਦੇ ਨੇ, ਪੈਸੇ ਲੁੱਟ ਲੈਂਦੇ ਨੇ। ਇਹੋ ਜਿਹੀਆਂ ਬਾਤਾਂ ਅਕਸਰ ਅਫਵਾਹਾਂ ਵੀ ਹੁੰਦੀਆਂ ਨੇ, ਕਈ ਵਾਰੀ ਰਿਐਲਿਟੀ 'ਚ ਵੀ ਹੁੰਦੀਆਂ ਨੇ। ਤੇ ਉਹਨਾਂ ਦਿਨਾਂ ਦੇ ਵਿੱਚ ਉਹ ਇੱਕ ਸਿਆਲੀ ਦਿਨਾਂ 'ਚ ਬਾਤ ਹੋਈ, ਧੁੰਦਾਂ ਪੈਂਦੀਆਂ ਨੇ ਤੇ ਉਹ ਪੁਲਿਸ ਵਾਲਿਆਂ ਨੇ ਆ ਕੇ ਪਿੰਡ ਕਹਿ ਤਾ ਵੀ ਠਿਕਰੀ ਪਹਿਰਾ ਲਾਓ। ਭਾਵ ਪਿੰਡ ਦੇ ਕੁਝ ਲੋਕ ਰਾਤ ਨੂੰ ਜਾਗ ਕੇ ਪਹਿਰਾ ਦੇਣਗੇ। ਤੇ ਉਹ ਪਹਿਰੇ ਦੀਆਂ ਗੱਲਾਂ ਹੋ ਰਹੀਆਂ ਪਿੰਡ ਦੇ ਚੌਂਕ ਵਿੱਚ ਖੜੇ ਹੋ ਕੇ। ਤੇ ਉੱਥੇ ਇੱਕ ਨੌਜਵਾਨ ਜਿਹੜਾ ਅਜੇ ਜੋਬਨ ਦੀ ਦਹਲੀਜ਼ ਤੇ ਚੜ੍ਹ ਰਿਹਾ, ਉਹ ਕਹਿੰਦਾ, ਮਤਲਬ ਦੂਜੇ ਸੀਨੀਅਰ ਵੀ ਕੋਈ ਪਿੰਡ ਦੇ ਖੜੇ ਨੇ ਉੱਥੇ, ਕਹਿੰਦਾ ਕਿਤੇ ਉਹ ਗਰੁੱਪ ਮਿਲ ਜੇ ਨਾ, ਪਹਿਲਾਂ ਤੇ ਮੈਂ ਜੁਆਇਨ ਕਰਾਂਗਾ ਉਹਨਾਂ ਨੂੰ। ਕਮਾਲ ਹੈ। ਕਹਿੰਦਾ ਨਾ ਤੇ ਪਤਾ ਨਹੀਂ ਕਿਹਦਾ ਲੱਗਣਾ ਕਿਹਦਾ ਨਹੀਂ, ਲੁੱਟਾਂ ਖੋਹਾਂ ਤੇ ਕਰੋ। ਇਹ ਬਾਤ ਕਹਿ ਰਿਹਾ ਲਿਟਰਲੀ। ਉਹ ਇੱਕ ਬਜ਼ੁਰਗ ਸ਼ਖਸ ਉੱਥੇ ਖੜਾ ਹੈ, ਉਹ ਕਹਿੰਦਾ ਹਾਂ ਗਰੁੱਪ ਲੱਭਣ ਦੀ ਕੀ ਲੋੜ ਹੈ, ਆਪਣੇ ਹੀ ਬਣਾ ਲੈਨੇ ਆ। ਉਹ ਕਹਿੰਦਾ ਹਾਂ ਮੈਂ ਤਿਆਰ ਹਾਂ। ਕਹਿੰਦੇ ਠੀਕ। ਕਹਿੰਦਾ ਆਪਣਾ ਬਣਾ ਕੇ ਪਹਿਲਾਂ ਤੇਰੇ ਘਰ ਹੀ ਜਾਂਦੇ ਆ, ਤੇਰੇ ਘਰ ਦੇ ਜੀ ਵੱਢਨੇ ਆ। ਕਹਿੰਦਾ ਕਮਾਲ, ਇਹ ਕਿਹੜੀ ਗੱਲ ਕਰਤੀ ਤੁਸੀਂ? ਕਹਿੰਦਾ ਹਾਂ ਇਹੀ ਕੰਮ ਕਰਨਾ ਹੈ ਨਾ, ਕਿਸੇ ਹੋਰ ਦੇ ਘਰ ਜਾ ਕਰਾਂਗੇ। ਜਦੋਂ ਤੇਰੇ ਘਰ ਕਰਾਂਗੇ ਤੈਨੂੰ ਪੇਨ ਮਹਿਸੂਸ ਹੋਏਗੀ ਵੀ ਤੁਸੀਂ, ਤੇਰੇ ਘਰ ਦੇ ਸੁੱਤੇ ਪਏ ਹੋਣ ਸਾਰੇ, ਮਾਂ ਬਾਪ ਭੈਣ ਭਰਾ, ਤੇ ਆ ਕੇ ਕੋਈ ਉਹਨਾਂ ਨੂੰ ਵੱਢਣ ਟੁੱਕਣ ਲੱਗ ਜਾਏ, ਕੈਸਾ ਲੱਗੇਗਾ ਤੈਨੂੰ? ਕਹਿੰਦਾ ਬੜਾ ਮਾੜਾ। ਕਹਿੰਦਾ ਬਸ ਆਹੀ ਚੀਜ਼ ਹੈ। ਦੂਜੇ ਦੀ ਪੀੜ ਨੂੰ ਮਹਿਸੂਸ ਕਰ, ਯੂਨੀਵਰਸਲ ਲਾ ਆ। ਕਿਸੇ ਦਾ ਬੁਰਾ ਸੋਚਦਾ ਹੈ, ਕਿਸੇ ਦੇ ਬੁਰੇ ਦੇ ਵਿੱਚ ਜਾ ਰਿਹਾ ਹੈ, ਇਹ ਸਭ ਰੂਪਾਂ ਨੂੰ ਅਸਲ ਅੱਖਾਂ ਨਾਲ ਦੇਖ, ਫਿਰ ਨਿਰੋਲ ਮਾਇਆਵੀ ਸੰਸਾਰ ਵਾਲੇ ਪਾਸੇ ਸੋਚਣ ਲੱਗ ਜਾਏਗਾ, ਆਖਰਕਾਰ ਬਰਬਾਦ ਹੋ ਜਾਏਗਾ। ਸਾਹਿਬ ਕਹਿੰਦੇ ਇਹ ਜਿਹੜੇ ਅੰਦਰ ਦੇ ਸਾਡੇ ਸੋਚਣ ਦੇ ਤਰੀਕੇ ਨੇ, ਇਹ ਕੁਲੱਖਣ ਤੇ ਕੁਨਾਰੀਆਂ ਦੇ ਲੱਛਣ ਨੇ, ਇਹ ਚੰਗੇ ਨਹੀਂਗੇ। ਉਹਦੀ ਬਾਤ ਕੀਤੀ ਕਿ ਪਿਰਕਾ ਹੁਕਮ ਨਾ ਜਾਣੀ ਭਾਈ ਸਾ ਕੁਲੱਖਣੀ, ਕੁਨਾਰ ਮਨ ਹਠ ਕਾਰ ਕਮਾਵਣੀ। ਮਨ ਹਠ, ਅੰਦਰ ਕੁਝ ਹੋਰ ਚੱਲ ਰਿਹਾ ਹੈ, ਬਾਹਰੋਂ ਹਠੀ ਹੋ ਕੇ ਕੁਝ ਹੋਰ ਕਰ ਰਿਹਾ, ਲੰਬਾ ਸਮਾਂ ਨਹੀਂ ਕਰ ਸਕੇਗਾ। ਮਨ ਨੂੰ ਬਦਲੋ। ਇਹ ਫੋਰਸ ਆ, ਬਹਿਰੂਨੀ ਤੌਰ ਤੇ ਕਿੰਨੀ ਕੁ ਦੇਰ ਲਗਾਮ ਪਾ ਕੇ ਇਹਨੂੰ ਚਲਾਉਣ ਦੀ ਟਰਾਈ ਕਰੋਗੇ, ਅੰਦਰ ਦਾ ਜਿਹੜਾ ਮਾੜਾਪਨ ਹੈ ਬਾਹਰ ਆ ਜਾਏਗਾ। ਸਿਮਰਨ ਕਰੋ, ਜ਼ਹਿਨੀ ਤੌਰ ਤੇ ਆਪਣੇ ਆਪ ਨੂੰ ਪਾਕ ਸਾਫ਼ ਕਰੋ। ਬਾਣੀ ਇਹਦੇ ਤੇ ਜ਼ੋਰ ਦੇ ਰਹੀ ਹੈ। ਇਹਦੇ ਵਾਸਤੇ ਸਭ ਸਤਸੰਗਤ ਹੈ, ਇਹ ਸਭ ਚੀਜ਼ਾਂ ਨੇ। ਮੈਂ ਕਈ ਵਾਰੀ ਬੇਨਤੀ ਕਰਦਾ ਨਾ, ਜੇ ਕੋਈ ਪੁੱਛੇ ਵੀ ਗੁਰਦੁਆਰੇ ਕਿਉਂ ਜਾਣਾ, ਪਾਠ ਕਿਉਂ ਕਰਦਾ, ਉਹਨੂੰ ਦੱਸਿਆ ਕਰੋ, ਨਹੀਂ ਤੇ ਆਪਣੇ ਆਪ ਨੂੰ ਦੱਸਿਆ ਕਰੋ। ਮਨ ਸਮਝਾਵਨ ਕਾਰਨ ਹੈ ਕਛੂਕ ਪੜ੍ਹੀਐ ਗਿਆਨ। ਇਹਨੂੰ ਸਮਝਾਉਣਾ, ਇਹ ਨਹੀਂ ਸਮਝਦਾ ਤੇ ਇਹਨੂੰ ਇੱਕ ਵਾਰ ਨਹੀਂ ਸਮਝਾਉਣਾ, ਹਜ਼ਾਰਾਂ ਵਾਰ ਸਮਝਾਉਣਾ ਹੈ, ਲੱਖਾਂ ਵਾਰ ਸਮਝਾਉਣਾ ਹੈ। ਇਹਨੇ ਸਭ ਸਮਝਣ ਦੇ ਬਾਵਜੂਦ ਫਿਰ ਮਾੜੇ ਪਾਸੇ ਜਾਣਾ ਹੈ, ਫਿਰ ਮੋੜ ਕੇ ਲਿਆਉਣਾ ਹੈ। ਇਹੀ ਸਿਮਰਨ ਆ, ਇਹੀ ਬੰਦਗੀ ਹੈ। ਸਭ ਜ਼ਿਕਰ ਕਰਦੇ, ਜਦੋਂ ਅੰਦਰ ਨਹੀਂ ਬਦਲ ਰਿਹਾ, ਬਹਿਰੂਨੀ ਤੌਰ ਤੇ ਬੰਦਾ ਸਿਰਫ ਕਰ ਰਿਹਾ ਹੈਗਾ, ਫਿਰ ਇਹ ਮਨ ਹਟਿਆ। ਇਹੋ ਜਿਹੇ ਕਰਮ ਵਿਖਾਵੇ ਲਈ ਤੇ ਠੀਕ ਹੋਣਗੇ, ਪਰ ਸਭ ਕਹਿੰਦੇ ਮਨ ਹਟ ਕਾਰ ਕਮਾਵਣੀ ਭਾਈ, ਵਿਣ ਨਾਮ ਹੈ ਕੁੜਿਆਰ।
ਫਿਰ ਜਿਹੜਾ ਕੂੜ ਆ, ਸਚਿਆਰ ਬਣਨਾ ਅਸੀਂ, ਪਰ ਕੂੜ ਜਦੋਂ ਅੰਦਰ ਇੰਨਾ ਜ਼ਿਆਦਾ ਵਸ ਜਾਏਗਾ ਉਹ ਫਿਰ ਬਾਹਰ ਵੀ ਪ੍ਰਗਟ ਹੋ ਜਾਏਗਾ। ਸਚਿਆਰ ਨਹੀਂ ਕੁੜਿਆਰ, ਬੰਦਾ ਕੂੜਾ ਖਵਾਏਗਾ। ਇਸ ਸਾਹਿਬ ਨੇ ਨਾ ਕਰਨ ਵਾਲੇ, ਨਾ ਸਹੀ ਰਾਹ ਨੂੰ ਫੜਨ ਵਾਲਿਆਂ ਦੀ ਬਾਤ ਕੀਤੀ। ਹੁਣ ਅੱਗੇ ਬਾਤ ਸਹੀ ਰੂਪ ਵਿੱਚ ਚੱਲਣ ਦੀ ਬਾਤ ਕੀਤੀ। ਸੇ ਗਾਵਹਿ ਜਿਨ ਮਸਤਕ ਭਾਗ ਹੈ ਭਾਈ। ਗੁਰੂ ਸਾਹਿਬ ਦੀ ਬਾਣੀ 'ਚ ਵਾਰ-ਵਾਰ ਆਏਗਾ। ਸਾਹਿਬ ਜਿਵੇਂ ਅੱਜ ਕੱਲ੍ਹ ਅਸੀਂ ਕ੍ਰਿਟੀਕਲ ਅਨਾਲਿਸਿਸ ਕਹਿੰਦੇ ਹਾਂ ਚੀਜ਼ਾਂ ਦਾ ਕਰਨਾ, ਦੋਵੇਂ ਪੱਖ ਨਾਲ ਨਾਲ ਬਿਆਨ ਕਰਨੇ। ਇੱਥੇ ਵਾਕ ਲਿਖਿਆ, ਸਾਹਿਬ ਕਹਿੰਦੇ ਸੇ ਗਾਵਹਿ ਜਿਨ ਮਸਤਕ ਭਾਗ ਹੈ ਭਾਈ। ਜਿਹੜਾ ਅਧਿਆਤਮੀ ਤਲ ਦੇ ਉੱਤੇ ਪ੍ਰਭੂ ਦੇ ਸਿਮਰਨ ਦੇ ਗੀਤਾਂ ਨੂੰ ਗਾਉਣਾ ਹੈ, ਆਪਣੇ ਆਪ ਨੂੰ ਸੁਧਾਰਨ ਵਾਸਤੇ, ਚੰਗੇਰੇ ਵਿਚਾਰ ਰਾਵ ਸਾਡੇ ਲਈ ਤੇ ਬਾਣੀ ਪੜ੍ਹਨ ਦੀ ਗੱਲ ਹੈ, ਇਹ ਕਰਨਾ ਹੈ। ਇਹਨੂੰ ਸਾਹਿਬ ਜ਼ਿਕਰ ਕਰ ਰਹੇ, ਸੇ ਗਾਵਹਿ ਜਿਨ ਮਸਤਕ ਭਾਗ ਹੈ, ਜਿਹਦੇ ਮੱਥੇ ਦੇ ਭਾਗ ਮਥੋਰ ਹੋ ਗਏ। ਮੱਥੇ ਦੇ ਭਾਗ ਮਥੋਰ ਹੋ ਜਾਣੇ, ਇਹਨੂੰ ਕਈ ਤਰੀਕਿਆਂ ਨਾਲ ਮੈਟਾਫੋਰ ਐਕਚੁਅਲੀ ਹੈ, ਜਿਵੇਂ ਅਸੀਂ ਮਿਸਾਲ ਦਿੰਦੇ ਹਾਂ ਕਿਸੇ ਚੀਜ਼ ਦੀ। ਹੁਣ ਦੇਖੋ ਸਾਡਾ ਜਿਹੜਾ ਮਸਤਕ ਆ, ਅਸੀਂ ਆਲੇ ਦੁਆਲੇ ਮਤਲਬ ਮੂੰਹ ਜੋੜਦੇ ਹਾਂ, ਗੱਲਾਂ ਕਰਦੇ ਹਾਂ, ਸਾਂਝਾਂ ਬਣਾਉਂਦੇ ਹਾਂ। ਜਿੱਥੇ ਸਾਡੀਆਂ ਸਾਂਝਾਂ ਨੇ ਉਹਨਾਂ ਦੇ ਅਸੀਂ ਮਸਤਕ ਵੇਖਦੇ ਹਾਂ, ਸਾਡੇ ਮਸਤਕ ਵੇਖਦੇ ਨੇ ਇਸ ਰੂਪ ਦੇ ਵਿੱਚ। ਇਹ ਜਿਹੜੀ ਮੱਥਿਆਂ ਦੀ ਸਾਂਝ ਆ, ਬੰਦਾ ਕਹਿੰਦਾ ਨਾ ਮੂੰਹ ਮੱਥੇ ਲੱਗਣਾ ਕਿਸੇ ਦੇ ਭਾਈ, ਕਿਸੇ ਨੂੰ ਮਿਲਣਾ ਜਾ ਕੇ, ਇਹ ਜਿਹੜਾ ਮੇਲ ਮਿਲਾਪ ਆ, ਇਹ ਬੰਦੇ ਨੂੰ ਸਹੀ ਰੂਪ ਦੇ ਵਿੱਚ ਉਹਦੇ ਵਿਹਾਰ ਨੂੰ ਸਹੀ ਕਰਦਾ ਹੈਗਾ, ਉਹਦੇ ਵਿਹਾਰ ਨੂੰ ਤੈਅ ਕਰਦਾ ਹੈਗਾ। ਸਾਡੀ ਸਾਈਕੋਲੋਜੀ ਦੇ ਵਿੱਚ ਅਸੀਂ ਜਦੋਂ ਖਾਸ ਕਰਕੇ ਅੱਜ ਕੱਲ੍ਹ ਨਵੀਆਂ ਪੱਧਤੀਆਂ ਦੇ ਵਿੱਚ, ਨਵੀਆਂ ਥੈਰੇਪੀ ਸਿਸਟਮ ਦੇ ਵਿੱਚ ਜਦੋਂ ਅਸੀਂ ਅਸੈਸਮੈਂਟ ਕਰਦੇ ਹਾਂ ਕਿਸੇ ਇੰਡੀਵਿਜੂਅਲ ਦੀ, ਖਾਸ ਕਰਕੇ ਬਿਹੇਵੀਅਰਲ ਸਾਈਡਸ ਤੋਂ, ਤੇ ਉਹਦੇ 'ਚ ਇਹ ਹੁੰਦਾ ਹੈ ਕਿ ਅਸੀਂ ਉਹਨਾਂ ਦੇ ਦੋਸਤਾਂ ਦੇ ਬਾਬਤ ਪੁੱਛਦੇ ਹਾਂ, ਹੂ ਆਰ ਯੂਅਰ ਫਰੈਂਡਸ, ਉਹ ਕੀ ਕਰਦੇ ਨੇ। ਜਦੋਂ ਬੰਦਾ ਆਪਣੇ ਦੋਸਤਾਂ ਬਾਰੇ ਦੱਸਦਾ ਨਾ ਵੀ ਮੇਰੇ ਦੋਸਤ ਆਹ ਨੇ, ਮੇਰਾ ਦੋਸਤ ਫਲਾਣਾ ਆਹ ਹੈ, ਫਲਾਣਾ ਇਹ ਹੈ, ਜਿਵੇਂ ਸਪੋਜ਼ ਕਰੋ ਕਿਸੇ ਦਾ ਬਿਹੇਵੀਅਰ ਸਾਨੂੰ ਗਲਤ ਠੀਕ ਨਹੀਂ ਲੱਗ ਰਿਹਾ, ਤੇ ਅਸੀਂ ਪੁੱਛਦੇ ਦੋਸਤ ਕੈਸੇ ਨੇ, ਤੂੰ ਕਹਿੰਦਾ ਹਾਂ ਇੱਕ ਦੋਸਤ ਮੇਰਾ ਉਹ ਸਕੂਲ ਤੋਂ ਡਰੋਪ ਆਊਟ ਹੋ ਗਿਆ ਹੈਗਾ, ਇੱਕ ਮੇਰਾ ਦੋਸਤ ਜੇਲ੍ਹ ਚਲਾ ਗਿਆ, ਇੱਕ ਨੂੰ ਆਹ ਇਸ਼ੂ ਹੈ, ਇੱਕ ਨੂੰ। ਅੰਦਾਜ਼ਾ ਲੱਗ ਜਾਂਦਾ ਹੈ ਕਿ ਇਹ ਕਿਸ ਕਿਸਮ ਦੇ ਆਲੇ ਦੁਆਲੇ ਵਿੱਚੋਂ ਆ ਰਿਹਾ ਹੈਗਾ। ਜਿਨ੍ਹਾਂ ਦੇ ਮੂੰਹ ਮੱਥੇ ਲੱਗ ਰਿਹਾ ਇਹ ਵੀ ਉਵੇਂ ਦਾ ਹੀ ਹੋਏਗਾ, ਕਿਉਂਕਿ ਉਹਨਾਂ ਦਾ ਮਸਤਕ ਭਾਗ ਜਿਹੜਾ ਹੈ ਬਣਾ ਹੀ ਇਹਨੇ ਲਿਆ। ਇਸ ਕਰਕੇ ਕਿਹਾ ਜਾਂਦਾ ਹੈ ਆਲਾ ਦੁਆਲਾ ਦੋਸਤ ਮਿੱਤਰ ਸੁਹਿਰਦ ਚੰਗੇ ਲੱਭੋ, ਚੰਗਿਆਂ ਦੇ ਸੰਗ ਤਰੋਗੇ। ਇੱਥੇ ਸਾਹਿਬ ਨੇ ਜ਼ਿਕਰ ਕੀਤਾ, ਸੇ ਗਾਵਹਿ ਜਿਨ ਮਸਤਕ ਭਾਗ ਹੈ ਭਾਈ, ਭਾਏ ਸੱਚਾ ਬੈਰਾਗ। ਭਾਏ ਸੱਚਾ ਬੈਰਾਗ, ਆਪ ਜਿੰਨੇ ਕੁ ਜੀਵੀ ਹੈ ਗੁਰੂ ਕੇ ਦਰਬਾਰ ਵਡਭਾਗੀ ਹੋ। ਨਹੀਂ ਤੇ ਅੱਜ ਦੇ ਸੰਸਾਰ ਦੇ ਵਿੱਚ ਮਾਇਆਵੀ ਸੰਸਾਰ ਆ, ਬੰਦਾ ਹਰ ਚੀਜ਼ ਨੂੰ ਪ੍ਰੋਫਿਟ ਦੀ ਤਕੜੀ ਤੇ ਤੋਲਦਾ, ਤੇ ਉਹ ਵੀ ਡਾਇਰੈਕਟਲੀ, ਫਿਰ ਇਹ 'ਚੋਂ ਮੈਨੂੰ ਸਿੱਧਾ ਫਾਇਦਾ ਕੀ ਮਿਲ ਰਿਹਾ ਮਾਇਆਵੀ ਪੱਖ ਤੋਂ। ਇਹਦੇ ਤੋਂ ਉੱਪਰ ਉੱਠਣਾ ਬੈਰਾਗ ਦੀ ਅਵਸਥਾ ਹੈ। ਬੰਦਾ ਕੁਝ ਇਹੋ ਜਿਹੇ ਕੰਮ ਜਿਹਦੇ 'ਚੋਂ ਕੋਈ ਡਾਇਰੈਕਟਲੀ ਸਰਮਾਇਆ ਜਨਰੇਟ ਨਹੀਂ ਹੋ ਰਿਹਾ, ਪਰ ਹਾਂ ਕੁਝ ਡੀਪ ਲੈਵਲ ਤੇ ਪ੍ਰਾਪਤੀ ਹੋ ਰਹੀ ਹੈ। ਇਹ ਜਿਹੜਾ ਰੂਪ ਆ, ਇਹ ਜੇ ਬੰਦੇ ਨੂੰ ਸਮਝ ਆ ਜਾਏ, ਜਿਵੇਂ ਸਪੋਜ਼ ਕਰੋ ਇੱਥੇ ਮੈਂ ਬੱਚਿਆਂ ਨੂੰ ਖੇਡਦਿਆਂ ਨੂੰ ਦੇਖਦੇ ਹਾਂ, ਤੇ ਬੱਚੇ ਖੇਡਦੇ ਨੇ ਸੌਕਰ, ਮੈਸੀ, ਲਿਓਨਾਰਡ, ਸਲਾਹ, ਪਲੇਅਰਸ ਦੀਆਂ ਉਹੋ ਜਿਹੀਆਂ ਕਾਪੀਆਂ ਕਰਦੇ, ਤੇ ਫਿਰ ਇਹੋ ਜਿਹਾ ਕੈਰੀਅਰ ਚੂਜ਼ ਕਰਨਾ ਹੈ। ਮੈਂ ਉਹਨੂੰ ਸਮਝਾਉਣ ਦੀ ਟਰਾਈ ਕਰਦਾ, ਮੈਂ ਕਹਿੰਦਾ ਨੋ, ਕੈਰੀਅਰ ਬਣ ਜੇ ਚਲੋ ਵੱਖਰੀ ਗੱਲ ਹੈ, ਕੋਈ ਇਹੋ ਜਿਹੇ ਤੁਸੀਂ ਇੰਟਰਨੈਸ਼ਨਲ ਪਲੇਅਰ ਬਣ ਜਾਓ, ਬਟ ਡੋਂਟ ਵਰੀ ਅਬਾਊਟ ਇਟ। ਇਹਨੂੰ ਪੈਸ਼ਨੇਟ ਤੌਰ ਤੇ, ਜਨੂਨੀ ਤੌਰ ਤੇ ਖੇਡੋ। ਹੋਰ ਕੁਝ ਵੀ ਨਾ ਹੋਏ, ਤੁਹਾਡੇ ਲਾਈਫ ਟਾਈਮ ਵਾਸਤੇ ਤੁਹਾਡੀ ਇਹਦੇ ਨਾਲ ਸਾਂਝ ਬਣ ਜੇ ਇਸ ਗੇਮ ਦੇ ਨਾਲ, ਕਮਾਲ ਦੀ ਲੀਜ਼ਰ ਐਕਟੀਵਿਟੀ ਹੈ। ਬੰਦਾ ਜਿੰਨਾ ਮਰਜ਼ੀ ਸਟ੍ਰੈਸ ਹੋਏ, ਜੋ ਮਰਜ਼ੀ ਹੋਏ, ਜਦੋਂ ਇੱਕ ਵਾਰੀ ਗਰਾਊਂਡ 'ਚ ਖੇਡਣ ਲਈ ਵੜ ਗਿਆ, 15-20 ਮਿੰਟ, ਘੰਟਾ, ਡੇਢ ਘੰਟਾ, ਉਹਨੂੰ ਪਤਾ ਹੀ ਨਹੀਂ ਦੁਨੀਆ ਕੀ ਹੋ ਰਿਹਾ ਬਾਹਰ। ਸਭ ਤੋਂ ਵਧੀਆ ਰਿਲੈਕਸਿੰਗ ਐਕਟੀਵਿਟੀ ਹੈ, ਇਹਨੂੰ ਐਵੇਂ ਅਪਣਾਓ। ਜਿਹੜਾ ਇਹ ਗੇਨ ਕਰਨਾ ਹੈ, ਮਨੀ ਤੇ ਕੁਝ ਵੀ ਨਹੀਂ ਇਹਦੇ ਮੁਕਾਬਲੇ। ਜਿੰਨਾ ਮਰਜ਼ੀ ਸਰਮਾਇਆ ਹੋਏ ਬੰਦੇ ਕੋਲ, ਬੰਦੇ ਨੂੰ ਉਹ ਉਹਦੇ ਸਟ੍ਰੈਸ ਨੂੰ ਰਿਲੀਜ਼ ਨਹੀਂ ਕਰ ਸਕਦਾ। ਉਹਨੂੰ ਇਹ ਰਿਲੀਫ ਇਹੋ ਜਿਹੀਆਂ ਚੀਜ਼ਾਂ ਦਿਵਾਉਂਦੀਆਂ ਨੇ। ਜੇ ਬੰਦਾ ਅਧਿਆਤਮੀ ਤਲ ਤੇ ਚਲਾ ਜਾਏ, ਸਪਿਰਿਚੁਅਲ ਸਾਈਡ ਤੇ ਆਪਣੇ ਆਪ ਨੂੰ ਬੂਸਟ ਕਰਨ ਲੱਗ ਜਾਏ, ਕਿਆ ਕਮਾਲ ਆ। ਇੱਥੇ ਗੁਰੂ ਸਾਹਿਬ ਨੇ ਜ਼ਿਕਰ ਕੀਤਾ, ਭਾਏ ਸੱਚਾ ਬੈਰਾਗ, ਐਸੀਆਂ ਰੂਹਾਂ ਜਿਨ੍ਹਾਂ ਦੇ
ਸਾਂਝਾਂ ਚੰਗੀਆਂ ਹੋ ਗਈਆਂ ਆਲੇ ਦੁਆਲੇ, ਉਹਨਾਂ ਨੂੰ ਸੱਚੇ ਬੈਰਾਗ ਦੀ ਸਮਝ ਆ ਗਈ। ਅਨਦਿਨ ਰਾਤ ਤੇ ਗੁਣ ਰਮਹਿ ਪਾਈ, ਨਿਰਭਉ ਗੁਰ ਲਿਵ ਲਾਗ। ਉਹ ਹਰ ਵਕਤ ਪ੍ਰਭੂ ਦੇ ਗੁਣਾਂ ਵਿੱਚ ਰੱਤੇ ਰਹਿੰਦੇ ਨੇ, ਉਹਦੇ ਸਨੇਹ ਦੇ ਪਿਆਰ ਵਿੱਚ ਰਹਿੰਦੇ ਨੇ। ਨਿਰਭਉ ਗੁਰ ਲਿਵ ਲਾਗ। ਭਉ ਡਰ ਬੰਦੇ ਵਿੱਚ ਕਿਤੇ ਨਾ ਕਿਤੇ ਬੈਠਾ ਹੈ ਹਰ ਵਕਤ, ਪਰ ਜਦੋਂ ਗੁਰੂ ਦੇ ਨਾਲ ਸਾਂਝ ਬਣ ਜੇ ਡੀਪ ਲੈਵਲ ਤੇ, ਗੁਰੂ ਸਮਝ ਦਿੰਦਾ ਹੈ ਤੇ ਫਿਰ ਸਭ ਪੈ ਨਿਕਲ ਜਾਂਦਾ ਹੈ। ਸਮਝਦਾਰ ਬੰਦਾ ਕਦੀ ਵੀ ਡਰਦਾ ਨਹੀਂ, ਉਹ ਡਰਪੋਕ ਨਹੀਂ ਹੁੰਦਾ, ਕਾਵੜ ਨਹੀਂ ਹੁੰਦਾ। ਸਮਝਦਾਰ ਬੰਦਾ ਹਮੇਸ਼ਾ, ਗਿਆਨਵਾਨ ਬੰਦਾ ਜਿਹੜਾ ਨਾ, ਗੁਰੂ ਤੇਗ ਬਹਾਦਰ ਸਾਹਿਬ ਦਾ ਬਚਨ ਪੜ੍ਹੋ, ਸਭ ਜ਼ਿਕਰ ਕਰਦੇ